5 ਮੈਂਬਰੀ ਕਮੇਟੀ ਬਣ ਗਈ ਹੈ ਕਿ 5 ਮੈਂਬਰੀ ਕਮੇਟੀ ਦੇ ਲਈ ਸਮਾਂ ਸਾਰਨੀ ਜਿਹੜੀ ਸੀਗੀ ਉਹ ਨਿਯਤ ਕਰ ਦਿੱਤੀ ਗਈ ਹੈ ਕਿ ਇੰਨੇ ਸਮੇਂ ਦੇ ਦੌਰਾਨ ਕਮੇਟੀ ਜਿਹੜੀ ਆ ਉਹ ਫੈਸਲਾ ਦੇਵੇਗੀ ਕਿ ਇਹਦੇ ਨਾਲ ਜੋ ਕਮੇਟੀ ਦਾ ਫੈਸਲਾ ਆਊਗਾ ਉਹਦਾ ਕਾਨੂੰਨ ਬਣੂਗਾ। ਇਸ ਦੇ ਉੱਪਰ ਤੁਹਾਡੀ ਗੱਲਬਾਤ ਜਿਹੜੀ ਸਰਕਾਰ ਨਾਲ ਹੋ ਚੁੱਕੀ? ਨਹੀਂ, ਅਸੀਂ ਸਰਕਾਰ ਨੂੰ ਇਹ ਸਾਫ਼ ਸ਼ਬਦਾਂ 'ਚ ਕਹਿ ਦਿੱਤਾ ਹੈ ਕਿ ਇਹ ਅੰਦੋਲਨ ਖਤਮ ਨਹੀਂ ਹੋਣਾ। ਇਹ ਅੰਦੋਲਨ ਚੱਲਦਾ ਰਹਿਣਾ, ਸੰਘਰਸ਼ ਚੱਲਦਾ ਰਹਿਣਾ। ਕੇਵਲ ਤੇ ਕੇਵਲ ਅਸੀਂ ਧਰਨਾ ਸਮਾਪਤ ਕਰਨ ਜਾ ਰਹੇ ਹਾਂ, ਮੁਅੱਤਲ ਕੀਤਾ ਇਹਨੂੰ ਅੰਦੋਲਨ ਨੂੰ। ਜੇਕਰ ਸਰਕਾਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਤੋਂ ਜਲਦੀ MSP ਤੇ ਜਿਹੜੀ ਕਾਨੂੰਨ ਬਣਾਉਣਾ ਹੈ ਉਹਦਾ ਪ੍ਰੋਸੈਸ ਨਹੀਂ ਸ਼ੁਰੂ ਕੀਤਾ ਤੇ ਫਿਰ ਅਸੀਂ ਅੰਦੋਲਨ ਜਿਹੜਾ ਦੁਬਾਰਾ ਸ਼ੁਰੂ ਕਰਾਂਗੇ। ਲਖੀਮਪੁਰ ਦੇ ਮਾਮਲੇ ਦੇ ਵਿੱਚ ਕਿਸਾਨ ਕਿੱਥੇ ਖੜੇ ਨੇ? ਕਿਸਾਨ ਆਗੂ ਬਹੁਤ ਵੱਡਾ ਮੁੱਦਾ ਸੀਗਾ ਕਿਉਂਕਿ ਉੱਥੇ ਜਿੱਥੇ ਕਿਸਾਨ ਮਾਰੇ ਗਏ ਨੇ ਉੱਥੇ ਹੀ ਕੁਝ ਕਿਸਾਨ ਗ੍ਰਿਫਤਾਰ ਵੀ ਕੀਤੇ ਗਏ ਨੇ ਕਤਲ ਕੇਸ ਮਾਮਲੇ ਦੇ ਵਿੱਚ। ਉਹਨਾਂ ਕਿਸਾਨਾਂ ਦੇ ਉੱਪਰ ਕੀ ਲੜਾਈ ਲੜੀ ਜਾ ਰਹੀ ਹੈ? ਕਿਸਾਨ ਆਗੂਆਂ ਨੇ ਕੋਈ ਉਹਦੇ ਤੇ ਸਰਕਾਰ ਦੇ ਅੱਗੇ ਕੋਈ ਪ੍ਰਸਤਾਵ ਹੁਣ ਦੁਬਾਰਾ ਫੇਰ ਰੱਖਿਆ? ਕਿਉਂਕਿ ਜੇ ਅਸੀਂ ਕੱਲ੍ਹ ਦੀ ਗੱਲ ਕਰਦੇ ਹਾਂ ਤਾਂ ਕੱਲ੍ਹ ਕਿਤੇ ਨਾ ਕਿਤੇ ਉਹ ਗੱਲ ਇੱਕ ਵਾਰ ਪਹਿਲਾਂ ਹੋਈ ਸੀਗੀ ਪਰੰਤੂ ਸਰਕਾਰ ਵੱਲੋਂ ਕੋਈ ਜਵਾਬ ਉਹਦਾ ਆਇਆ ਨਹੀਂ। ਹੁਣ ਉਹ ਜਿਹੜਾ ਕੇਸ ਹੈ ਲਖੀਮਪੁਰ ਖੀਰੀ ਵਾਲਾ ਉਹ ਸੁਪਰੀਮ ਕੋਰਟ 'ਚ ਜਾ ਚੁੱਕਾ ਹੈ ਤੇ ਉਹਦਾ ਇੱਕ ਪ੍ਰੋਸੈਸ ਹੈ, ਉਹ ਪ੍ਰੋਸੈਸ ਹੋ ਕੇ ਗੁਜ਼ਰਨਾ। ਉਹਦੇ ਤੇ ਉਹਨਾਂ ਨੇ ਟਕੈਤ ਜੀ ਨੇ ਸਾਰੀ ਜ਼ਿੰਮੇਵਾਰੀ ਲਈ ਸੀ ਵੀ ਆਪਾਂ ਉਹਦੇ ਬਾਰੇ ਅਸੀਂ ਇੱਥੇ ਯੂਪੀ ਵਾਲੇ ਆਪ ਧਿਆਨ ਦੇਵਾਂਗੇ, ਉਹ ਸਾਰੇ ਕਿਸਾਨਾਂ ਨੂੰ ਉਹਦੇ ਵਿੱਚੋਂ ਬਾਹਰ ਕਢਾਵਾਂਗੇ। ਸਰਕਾਰ ਨਾਲ ਕੋਈ ਕਮਿਟਮੈਂਟ ਉਹਨਾਂ ਦੀ ਹੋਈ ਹੈ, ਜੇ ਨਹੀਂ ਕੱਢਣਗੇ ਫਿਰ SKM ਨਾਲ ਹੈਗਾ ਬੈਠਾ। ਬਿਲਕੁਲ ਹੁਣ ਤਾਂ ਤੁਸੀਂ ਇੱਥੇ ਬੈਠੇ ਹੋਏ ਹੋ, SKM ਹੈਗਾ ਆ, SKM ਦਾ ਖਾਸ ਇਹਦੇ ਤੇ ਧਿਆਨ ਕੇਂਦਰਿਤ ਹੋਣਾ ਚਾਹੀਦਾ ਸੀ ਕਿਉਂਕਿ SKM ਦੇ ਬੋਲਾਂ ਨੂੰ ਪਗਾਉਂਦੇ ਹੋਏ ਹੀ ਉਹ ਕਿਸਾਨ ਉੱਥੇ ਪਹੁੰਚੇ ਸੀਗੇ। ਜੇ ਅੱਜ SKM ਉਸ ਫੈਸਲੇ ਦੇ ਉੱਪਰ ਸਟੈਂਡ ਨਹੀਂ ਲੈ ਰਿਹਾ ਉਸ ਤਰੀਕੇ ਦੇ ਨਾਲ, ਇੱਕ ਤੁਸੀਂ ਯੂਪੀ ਦੇ ਸੰਗਠਨਾਂ ਨੂੰ ਉਹ ਫੈਸਲਾ ਦੇ ਚੁੱਕੇ ਹੋ ਕਿ ਆਪਣੇ ਪੱਧਰ ਦੇ ਉੱਪਰ ਮੁਕਾ ਲੈਣ, ਤਾਂ ਕੀ ਲੱਗਦਾ ਹੈ ਕਿ ਕੱਲ ਨੂੰ ਕਿਸਾਨ ਫਿਰ ਉੱਠ ਖੜੇ ਹੋਣਗੇ ਜਦੋਂ ਤੁਸੀਂ SKM ਕੋਈ ਕਾਲ ਦਊਗਾ? ਬਿਲਕੁਲ ਬਿਲਕੁਲ, ਇਹ ਤਾਂ ਸਾਡੀ ਅਸੀਂ ਮੰਥਲੀ ਮੀਟਿੰਗ ਤੈਅ ਕਰ ਲਈ ਹੈ। ਇਸੇ ਕਰਕੇ ਜਿਹੜੀ ਸਾਡੀ ਖੂਬਸੂਰਤੀ ਇਸ ਅੰਦੋਲਨ ਦੀ ਰਹੀ ਹੈ ਕਿ ਜਿਹੜਾ ਇਹ ਗੁਲਦਸਤਾ ਬਣਿਆ ਹੈ SKM ਦਾ, ਇਹ ਆਪਣੀ ਖੁਸ਼ਬੂ ਪੂਰੇ ਦੇਸ਼ ਨੂੰ ਦੇਵੇਗਾ, ਵੰਡੇਗਾ ਕਿ ਇਹ ਅੰਦੋਲਨ ਖਤਮ ਨਹੀਂ ਹੋਇਆ, ਸੰਘਰਸ਼ ਖਤਮ ਨਹੀਂ ਹੋਇਆ, ਕੇਵਲ ਧਰਨਾ ਖਤਮ ਕਰ ਰਹੇ ਹਾਂ। ਇੰਨੇ ਵੱਡੇ ਪੱਧਰ ਤੇ ਤੁਸੀਂ ਕਿਵੇਂ ਇਕੱਠੇ ਕਰੋਗੇ ਬਾਅਦ ਦੇ ਵਿੱਚ ਦੁਬਾਰਾ ਫਿਰ ਲੋਕਾਂ ਨੂੰ, ਜੇ ਲਖੀਮਪੁਰ ਦੇ ਮਾਮਲੇ ਵਿੱਚ ਸਰਕਾਰ ਜਰਾ ਜੀ ਨਹੀਂ ਵੀ ਆਨਾਕਾਨੀ ਕਰਦੀ ਹੈ? ਜੇ ਇੱਕ ਰਾਤ ਨੂੰ ਰਾਤੋਂ ਰਾਤ ਲੋਕ ਆ ਸਕਦੇ ਹੈ। ਉਦੋਂ ਤਾਂ ਤੁਸੀਂ ਅੰਦੋਲਨ ਲਾ ਕੇ ਬੈਠੇ ਸੀਗੇ ਨਾ। ਜੇ ਥੱਕੀ ਹੋਈ ਫੌਜ ਤੋਂ ਤੁਸੀਂ ਕਹੋ ਮੋਰਚਾ ਜਿੱਤਣੇ ਹੈ ਤੇ ਔਖਾ ਹੋਏਗਾ। ਮੈਂ ਉਦਾਹਰਨ ਦੇ ਸਕਦਾ ਭਈ ਸਿਕੰਦਰ ਵਾਪਸ ਇਸ ਕਰਕੇ ਹੋ ਗਿਆ ਸੀ ਕਿ ਉਹਦੀਆਂ ਫੌਜਾਂ ਲੜ ਕੇ ਥੱਕ ਗਈਆਂ ਸਨ। ਜਦੋਂ ਪੋਰਸ ਨਾਲ ਲੜਦਿਆਂ ਉਹਨੇ ਵਾਪਸੀ ਦੀ ਗੱਲ ਕੀਤੀ। ਇੱਥੇ ਤਾਂ ਵਿਚਾਰਾਂ ਦੀ ਜੰਗ ਹੈ, ਇੱਥੇ ਤਾਂ ਬੈਠੇ ਹੋਏ ਨੇ। ਨੋ ਵਿਚਾਰਾਂ ਦੀ ਜੰਗ ਨਹੀਂ ਇਹਨੂੰ ਕਹਿ ਸਕਦੇ। ਨੋ, ਇਹ ਗਲਤ ਹੈ। ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹੋਵਾਂਗਾ। ਕਿਉਂ ਨਹੀਂ ਹੋਵਾਂਗਾ? ਕਿਉਂਕਿ ਇਹਦੇ ਵਿੱਚ ਪੰਜਾਬ ਤੋਂ ਟਰਾਲੀਆਂ ਭਰ ਲੋਕ ਆਉਂਦੇ ਨੇ, ਉਹ ਸ਼ਿਫਟਾਂ 'ਚ ਬਦਲਦੇ ਨੇ। ਇੱਕ ਟਰੈਕਟਰ ਟਰਾਲੀ 20,000 'ਚ ਪਹੁੰਚਦਾ ਹੈ। ਲੋਕਾਂ ਦਾ ਜ਼ੋਰ ਲੱਗ ਚੁੱਕਿਆ ਹੈ ਤੇ ਇਸ ਅੰਦੋਲਨ ਨੂੰ ਥੋੜ੍ਹਾ ਜਿਹਾ ਵਿਰਾਮ ਦੀ ਲੋੜ ਹੈ, ਪਰ ਸੰਘਰਸ਼ ਜਾਰੀ ਹੈ। ਮੈਂ ਪਹਿਲਾਂ ਹੀ ਕਹਿ ਰਿਹਾ ਕਿ ਸੰਘਰਸ਼ ਜਾਰੀ ਹੈ। ਅਸੀਂ ਆਗੂ ਨਹੀਂ ਸੁੱਤੇ, ਆਗੂ ਨਹੀਂ ਅਲੱਗ ਹੋਏ, ਆਗੂ ਅਸੀਂ ਇਸ ਗੱਲ ਤੇ ਦ੍ਰਿੜਤਾ ਨਾਲ ਬੈਠੇ ਹਾਂ ਔਰ ਉਹ ਸਾਰੇ ਦੇ ਸਾਰੇ ਜਿਹੜੇ ਕੰਮ ਸਾਡੇ ਰਹਿੰਦੇ ਨੇ, ਕਿਉਂਕਿ ਸਰਕਾਰ ਨੇ ਕਮਿਟਮੈਂਟ ਕੀਤੀ ਹੈ, ਜਿਹੜੀ ਕਮਿਟਮੈਂਟ ਕੀਤੀ ਹੈ ਸਰਕਾਰ ਨੇ ਉਹ ਪੂਰੀ ਕਰਾਵਾਂਗੇ ਅਸੀਂ। ਸਰਕਾਰ ਨੇ ਕਿਹਾ ਵੀ ਅਸੀਂ ਉਹ ਵੀ ਕੇਸ ਵਾਪਸ ਲਵਾਂਗੇ। ਸਰਕਾਰ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਆ ਕੇ ਮਗਰੋਂ ਬੈਠੋ। ਸਰਕਾਰ ਨੇ ਤਾਂ ਹੋਰ ਵੀ ਗੱਲਾਂ ਕਹੀਆਂ ਵੀ ਤੋਂ ਅੱਗੇ ਵੱਧ ਕੇ ਵੀ ਕਰਾਂਗੇ। ਕਿਸਾਨ ਅੰਦੋਲਨ ਦੇ ਵਿੱਚ ਅੱਜ ਬੜਾ ਵੱਡਾ ਐਲਾਨ ਕੀਤਾ ਗਿਆ ਆ। ਕਿਸਾਨ ਆਗੂਆਂ ਨੇ ਅੱਜ ਸਹਿਮਤੀ ਪ੍ਰਗਟਾਈ ਹੈ ਕਿ ਸਰਕਾਰ ਦੀ ਜਿਹੜੀ ਲਿਖਤ ਰੂਪ ਵਿੱਚ ਡਰਾਫਟ ਆਇਆ ਸੀਗਾ ਉਸ ਤੇ ਸਹਿਮਤੀ ਬਣ ਚੁੱਕੀ ਹੈ। ਕਿਸਾਨਾਂ ਦੀਆਂ ਕੁਝ ਮੰਗਾਂ ਬੀਤੇ ਦਿਨ ਗਈਆਂ ਸੀਗੀਆਂ, ਉਸ ਤੋਂ ਬਾਅਦ ਕੁਝ ਮੰਗਾਂ ਸਰਕਾਰ ਨੇ ਮੰਨ ਲਈਆਂ ਤੇ ਕੁਝ ਪੁਆਇੰਟ ਕਲੀਅਰ ਨਹੀਂ ਸੀਗੇ, ਪਰੰਤੂ ਅੱਜ ਇੱਕ ਹੋਰ ਡਰਾਫਟ ਸਰਕਾਰ ਵੱਲੋਂ ਆਇਆ ਜਿਸ ਦੇ ਉੱਪਰ ਪਹਿਲਾਂ 5 ਮੈਂਬਰੀ ਕਮੇਟੀ ਨੇ ਗੱਲਬਾਤ ਕੀਤੀ, ਉਸ ਤੋਂ ਬਾਅਦ SKM ਦੇ ਵਿੱਚ ਸਾਰੀ ਗੱਲਬਾਤ ਹੋਈ ਹੈ ਔਰ ਉਸ ਡਰਾਫਟ ਦੇ ਉੱਪਰ ਪੂਰਾ ਦਾ ਪੂਰਾ SKM ਸਹਿਮਤ ਹੋ ਗਿਆ ਹੈ। ਸੋ ਐਲਾਨ ਇਹ ਹੋ ਗਿਆ ਹੈ ਕਿ ਕੱਲ ਨੂੰ ਜਿਹੜਾ ਆ ਲਿਖਤੀ ਰੂਪ ਵਿੱਚ ਸਰਕਾਰ ਜਿਹੜਾ ਆ ਆਫੀਸ਼ੀਅਲ ਇੱਕ ਚਿੱਠੀ ਜਿਹੜੀ ਆ ਉਹ ਕਿਸਾਨਾਂ ਨੂੰ ਦੇ ਦੇਵੇ ਤਾਂ ਫਿਰ ਕਿਸਾਨ ਅੱਗੇ ਅਨਾਉਂਸ ਕਰ ਸਕਦੇ ਨੇ ਘਰ ਵਾਪਸੀ, ਯਾਨੀ ਕਿ ਮੋਰਚੇ ਦੇ ਫਤਿਹ ਦੀ ਵਾਪਸੀ ਜਿਹੜੀ ਆ ਉਹ ਹੋ ਸਕਦੀ ਹੈ। ਸੋ ਕਿਸਾਨ ਆਗੂ ਮਨਜੀਤ ਰਾਏ ਸਾਡੇ ਨਾਲ ਮੌਜੂਦ ਨੇ। ਸੋ ਗੱਲਬਾਤ ਕਰਦੇ ਹਾਂ ਕਿ ਕਿਹੜੇ ਮੁੱਦਿਆਂ ਦੇ ਉੱਪਰ ਸਹਿਮਤੀ ਜਿਹੜੀ ਹੈ ਕਿਸਾਨਾਂ ਦੀ ਬਣ ਚੁੱਕੀ ਹੈ। ਸੋ ਮਨਜੀਤ ਰਾਏ ਜੀ, ਅੱਜ ਅਨਾਉਂਸ ਹੋ ਗਿਆ, SKM ਨੇ ਸਹਿਮਤੀ ਪ੍ਰਗਟ ਕਰ ਦਿੱਤੀ ਹੈ ਜੋ ਵੀ ਡਰਾਫਟ ਸਰਕਾਰ ਨੇ ਦਿੱਤਾ ਸੀਗਾ।
ਉਸ ਦੇ ਉੱਪਰ ਸਾਰੀਆਂ ਮੰਗਾਂ ਜਿਹੜੀਆਂ ਨੇ ਤੁਹਾਡੀਆਂ ਜਿਹੜੇ ਲਿਖਤ ਰੂਪ ਵਿੱਚ ਤੁਸੀਂ ਭੇਜੀਆਂ ਸੀਗੀਆਂ ਉਹ ਮੰਨ ਲਈਆਂ ਗਈਆਂ? ਦੇਖੋ ਬਿਲਕੁਲ ਜਿਹੜੀ ਅਸੀਂ ਉਹਨਾਂ ਨੂੰ ਚਿੱਠੀ ਭੇਜੀ ਸੀ ਪ੍ਰਧਾਨ ਮੰਤਰੀ ਜੀ ਨੂੰ, ਉਹਦੇ ਜਵਾਬ ਦੇ ਵਿੱਚ ਉਹਨਾਂ ਨੇ ਸਾਨੂੰ ਇੱਕ ਪ੍ਰਸਤਾਵ ਭੇਜਿਆ ਸੀ ਪਰਸੋਂ। ਸੋ ਉਹ ਕੱਲ ਦੀ ਮੀਟਿੰਗ 'ਚ ਅਸੀਂ ਵਿਚਾਰਿਆ ਸੀਗਾ। ਜਦੋਂ ਕੱਲ ਦੀ ਮੀਟਿੰਗ 'ਚ ਉਹਨੂੰ ਵਿਚਾਰਿਆ ਤੇ ਉਹਦੇ ਤੇ ਕਈ ਓਬਜੈਕਸ਼ਨ ਸਨ। ਉਹਨਾਂ ਨੂੰ ਅਸੀਂ ਕਿਹਾ ਵੀ ਆਹ ਸਾਨੂੰ ਓਬਜੈਕਸ਼ਨ ਨੇ ਇਹਦੇ ਵਿੱਚ, ਇਹ ਓਬਜੈਕਸ਼ਨ ਜਿਹੜੇ ਇਹਦੇ ਵਿੱਚੋਂ ਕੱਢੋ। ਸੋ ਸਰਕਾਰ ਨੇ ਅੱਜ ਨਵਾਂ ਇੱਕ ਪ੍ਰਸਤਾਵ ਫਿਰ ਬਣਾ ਕੇ ਭੇਜਿਆ, ਉਹ ਸਾਰੇ ਓਬਜੈਕਸ਼ਨ ਕੱਢ ਕੇ ਉਹ ਪ੍ਰਸਤਾਵ ਨੂੰ ਸਾਰੇ ਸੰਯੁਕਤ ਮੋਰਚੇ ਨੇ ਇੱਕ ਮਤ ਹੋ ਕੇ ਪ੍ਰਵਾਨਗੀ ਦੇ ਦਿੱਤੀ ਹੈ। ਸੋ ਉਹ ਹੁਣ ਕਹਿ ਸਕਦੇ ਹਾਂ ਵੀ ਇੱਕ ਸਿੰਪਲ ਪੇਪਰ ਤੇ ਸੀਗਾ ਤੇ ਸੰਯੁਕਤ ਮੋਰਚੇ ਦੀ ਇਹ ਡਿਮਾਂਡ ਹੈ ਕਿ ਭਾਰਤ ਸਰਕਾਰ ਉਹਨੂੰ ਆਪਣੀ ਲੈਟਰ ਹੈਡ ਤੇ ਲਿਖ ਕੇ ਸਟੈਂਪ ਲਾ ਕੇ ਤੇ HM ਦੇ ਸਾਈਨ ਹੋ ਕੇ, ਯਾਨੀ ਕਿ ਹੋਮ ਮਿਨਿਸਟਰ ਦੇ ਸਾਈਨ ਹੋ ਕੇ ਉਹ ਫਿਰ ਆ ਜਾਵੇ ਤੇ ਫਿਰ ਅਸੀਂ ਕੱਲ 12 ਵਜੇ ਮੀਟਿੰਗ ਕਰਕੇ ਮੋਰਚੇ ਦੀ ਅਗਲੀ ਰਣਨੀਤੀ ਤੈਅ ਕਰਾਂਗੇ। ਸੋ ਜੀ ਤੋਂ ਸਾਫ਼ ਕਲੀਅਰ ਹੈ ਕਿ ਮੋਰਚੇ ਦੀ ਜਿਹੜਾ ਖਤਮ ਜਿਹੜਾ ਮੋਰਚਾ ਇੱਥੋਂ ਚੁੱਕਿਆ ਹੁਣ ਜਾ ਸਕਦਾ ਹੈ, ਕਿਉਂਕਿ ਮਿਸ਼ਨ ਜਿਹੜਾ ਸੀਗਾ ਕਿਸਾਨਾਂ ਦਾ ਉਹ ਫਤਿਹ ਹੋ ਗਿਆ ਹੈ। ਪਰ ਕੁਝ ਖਾਸ ਮੰਗਾਂ ਸੀਗੀਆਂ ਜਿਹੜੀਆਂ ਪਹਿਲਾਂ ਵੀ ਤੁਸੀਂ ਰੱਖੀਆਂ ਸੀਗੀਆਂ। MSP ਦੀ ਗਰੰਟੀ ਦੀ ਮੰਗ ਦੀ ਗੱਲ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ 5 ਮੈਂਬਰੀ ਕਮੇਟੀ ਬਣ ਗਈ ਹੈ ਕਿ 5 ਮੈਂਬਰੀ ਕਮੇਟੀ ਦੇ ਲਈ ਸਮਾਂ ਸਾਰਨੀ ਜਿਹੜੀ ਸੀਗੀ ਉਹ ਨਿਯਤ ਕਰ ਦਿੱਤੀ ਗਈ ਹੈ ਕਿ ਇੰਨੇ ਸਮੇਂ ਦੇ ਦੌਰਾਨ ਕਮੇਟੀ ਜਿਹੜੀ ਆ ਉਹ ਫੈਸਲਾ ਦੇਵੇਗੀ ਕਿ ਇਹਦੇ ਨਾਲ ਜੋ ਕਮੇਟੀ ਦਾ ਫੈਸਲਾ ਆਊਗਾ ਉਹਦਾ ਕਾਨੂੰਨ ਬਣੂਗਾ। ਇਸ ਦੇ ਉੱਪਰ ਤੁਹਾਡੀ ਗੱਲਬਾਤ ਜਿਹੜੀ ਸਰਕਾਰ ਨਾਲ ਹੋ ਚੁੱਕੀ ਹੈ? ਨਹੀਂ, ਅਸੀਂ ਸਰਕਾਰ ਨੂੰ ਇਹ ਸਾਫ਼ ਸ਼ਬਦਾਂ 'ਚ ਕਹਿ ਦਿੱਤਾ ਹੈ ਕਿ ਇਹ ਅੰਦੋਲਨ ਖਤਮ ਨਹੀਂ ਹੋਣਾ। ਇਹ ਅੰਦੋਲਨ ਚੱਲਦਾ ਰਹਿਣਾ, ਸੰਘਰਸ਼ ਚੱਲਦਾ ਰਹਿਣਾ। ਕੇਵਲ ਤੇ ਕੇਵਲ ਅਸੀਂ ਧਰਨਾ ਸਮਾਪਤ ਕਰਨ ਜਾ ਰਹੇ ਹਾਂ, ਮੁਅੱਤਲ ਕੀਤਾ ਇਹਨੂੰ ਅੰਦੋਲਨ ਨੂੰ। ਇਹ ਧਰਨਾ ਸਾਡਾ ਸਾਰੇ ਮੋਰਚਿਆਂ ਤੋਂ ਖਤਮ ਹੋ ਜਾਏਗਾ, ਇਹਨੂੰ ਮੁਅੱਤਲ ਕੀਤਾ ਗਿਆ। ਜੇਕਰ ਸਰਕਾਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਤੋਂ ਜਲਦੀ MSP ਤੇ ਜਿਹੜੀ ਕਾਨੂੰਨ ਬਣਾਉਣਾ ਹੈ ਉਹਦਾ ਪ੍ਰੋਸੈਸ ਨਹੀਂ ਸ਼ੁਰੂ ਕੀਤਾ ਤੇ ਫਿਰ ਅਸੀਂ ਅੰਦੋਲਨ ਜਿਹੜਾ ਦੁਬਾਰਾ ਸ਼ੁਰੂ ਕਰਾਂਗੇ। ਸੋ ਇਸ ਕਰਕੇ ਸਾਡਾ ਸੰਘਰਸ਼ ਜਾਰੀ ਰਹੇਗਾ। ਉਹਦੀ ਰੂਪਰੇਖਾ ਚੇਂਜ ਹੋ ਗਈ, ਸਮਝ ਲਓ ਕਿ ਜੇਕਰ ਸਰਕਾਰ ਕਾਨੂੰਨ ਲੈਟਰ ਹੈਡ ਤੇ ਲਿਖ ਕੇ ਦੇਂਦੀ ਹੈ ਤਾਂ ਫਿਰ ਅਸੀਂ ਉਹਦੀ ਰੂਪਰੇਖਾ ਇਸ ਤਰ੍ਹਾਂ ਕਰਾਂਗੇ ਕਿ ਇੱਥੋਂ ਮੋਰਚਿਆਂ ਤੋਂ ਧਰਨਾ ਸਮਾਪਤ, ਪਰ ਅਸੀਂ ਵੱਖ-ਵੱਖ ਸਟੇਟਾਂ ਜਾ ਕੇ ਅਸੀਂ ਉੱਥੇ ਦੇ ਲੋਕਾਂ ਨੂੰ ਅਵੇਅਰ ਕਰਾਂਗੇ। ਜਿਹੜੀਆਂ ਸਟੇਟਾਂ 'ਚੋਂ ਘੱਟ ਕਿਸਾਨ ਆਏ ਨੇ ਉਹਨਾਂ ਨੂੰ ਵੀ ਅਵੇਅਰ ਕਰਾਂਗੇ ਕਿ ਸਾਰੇ ਜਾਣੇ। ਜੀ ਬਿਲਕੁਲ। ਅੱਜ ਜਿਹੜੀ ਚਿੱਠੀ ਆਈ ਹੈ ਉਹਦੇ ਵਿੱਚ MSP ਦੀ ਗਰੰਟੀ ਦੇ ਵਿੱਚ ਕਿਹੜੇ ਲੋਕਾਂ ਨੂੰ ਸ਼ਾਮਿਲ ਕਰਨ ਦੀ ਗੱਲ ਸਰਕਾਰ ਨੇ ਲਿਖ ਕੇ ਭੇਜੀ ਹੈ? ਦੇਖੋ, ਸਰਕਾਰ ਨੇ ਉਹਦੇ ਵਿੱਚ ਕਿਹਾ ਕਿ ਉਹਦੇ ਵਿੱਚ ਐਕਸਪਰਟ ਹੋਣਗੇ, ਸਰਕਾਰੀ ਬੰਦੇ ਹੋਣਗੇ, ਕਿਸਾਨ ਹੋਣਗੇ। ਜਿਹੜੇ ਕਿਸਾਨ ਹੈ ਉਹ SKM ਦੇ ਹੋਣਗੇ। ਸੋ ਉਹ ਗੱਲ ਆਖੀ ਗਈ ਹੈ। ਹਾਂ, ਉਹੀ ਐਕਸਪਰਟ ਉਹਨਾਂ ਨੂੰ ਕਿਹਾ ਵੀ ਉਹ ਜਿਹੜੇ ਇਹਦੇ ਵਿੱਚ ਹੋਣਗੇ, ਐਕਸਪਰਟ ਹੋਣਗੇ, ਐਗਰੀਕਲਚਰ ਐਕਸਪਰਟ, ਜਿਹੜੇ MSP ਦੇ ਐਕਸਪਰਟ ਨੇ ਉਹ ਹੋਣਗੇ। ਸੋ ਉਹ ਸਾਰੀ ਗੱਲ ਜਿਹੜੀ ਉਹਦੇ ਵਿੱਚ ਦਿੱਤੀ ਗਈ ਹੈ। MSP ਦੇ ਉੱਪਰ ਫਿਰ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਹਿਮਤੀ ਜਿਹੜੀ ਉਹ ਬਿਲਕੁਲ ਬਣ ਚੁੱਕੀ ਹੈ। ਹੁਣ ਬੜਾ ਵੱਡਾ ਮੁੱਦਾ ਹੈਗਾ ਆ ਲਖੀਮਪੁਰ ਦਾ, ਕਿਉਂਕਿ ਜੇ ਕੇਸਾਂ ਦੀ ਗੱਲ ਵੀ ਕਰਦੇ ਹਾਂ ਤਾਂ ਕੇਸ ਵੀ ਲਗਭਗ ਬਾਅਦ ਦੇ ਵਿੱਚ ਅਸੀਂ ਆਵਾਂਗੇ। ਲਖੀਮਪੁਰ ਦੇ ਮਾਮਲੇ ਦੇ ਵਿੱਚ ਕਿਸਾਨ ਕਿੱਥੇ ਖੜੇ ਨੇ? ਕਿਸਾਨ ਆਗੂ ਬਹੁਤ ਵੱਡਾ ਮੁੱਦਾ ਸੀਗਾ, ਕਿਉਂਕਿ ਉੱਥੇ ਜਿੱਥੇ ਕਿਸਾਨ ਮਾਰੇ ਗਏ ਨੇ ਉੱਥੇ ਹੀ ਕੁਝ ਕਿਸਾਨ ਗ੍ਰਿਫਤਾਰ ਵੀ ਕੀਤੇ ਗਏ ਨੇ ਕਤਲ ਕੇਸ ਮਾਮਲੇ ਦੇ ਵਿੱਚ। ਉਹਨਾਂ ਕਿਸਾਨਾਂ ਦੇ ਉੱਪਰ ਕੀ ਲੜਾਈ ਲੜੀ ਜਾ ਰਹੀ ਹੈ? ਕਿਸਾਨ ਆਗੂਆਂ ਨੇ ਕੋਈ ਉਹਦੇ ਤੇ ਸਰਕਾਰ ਦੇ ਅੱਗੇ ਕੋਈ ਪ੍ਰਸਤਾਵ ਹੁਣ ਦੁਬਾਰਾ ਫੇਰ ਰੱਖਿਆ? ਕਿਉਂਕਿ ਜੇ ਅਸੀਂ ਗੱਲ ਦੀ ਗੱਲ ਕਰਦੇ ਹਾਂ ਤਾਂ ਕੱਲ ਕਿਤੇ ਨਾ ਕਿਤੇ ਉਹ ਗੱਲ ਇੱਕ ਵਾਰ ਪਹਿਲਾਂ ਹੋਈ ਸੀਗੀ, ਪਰੰਤੂ ਸਰਕਾਰ ਵੱਲੋਂ ਕੋਈ ਜਵਾਬ ਉਹਦਾ ਆਇਆ ਨਹੀਂ ਸੀ। ਦੇਖੋ, ਉਹਦੇ ਤੇ ਜਿਹੜਾ, ਕਿਉਂਕਿ ਪਹਿਲਾਂ ਕੁਛ ਦਿਨ ਜਿੱਦਣ ਅਸੀਂ 4 ਤਰੀਕ ਨੂੰ ਮੀਟਿੰਗ ਕੀਤੀ ਹੈ ਉਸ ਦੇ ਵਿੱਚ ਜਿਹੜੇ ਟਕੈਤ ਜੀ ਦੇ ਨਾਲ ਧਰਮਿੰਦਰ ਮਲਿਕ ਜੀ ਹੁੰਦੇ ਨੇ, ਜੁਦਵੀਰ ਜੀ ਵੀ ਸਨ, ਉਹ ਵੀ ਸਨ। ਉਹਨਾਂ ਨੇ ਕਿਹਾ ਸਰਕਾਰ ਨੇ ਯੂਪੀ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਤੇ ਉਹਦੇ ਵਿੱਚ ਜੇਕਰ ਕੋਈ ਗੱਲ, ਕਿਉਂਕਿ ਹੁਣ ਉਹ ਜਿਹੜਾ ਕੇਸ ਹੈ ਲਖੀਮਪੁਰ ਖੀਰੀ ਵਾਲਾ ਉਹ ਸੁਪਰੀਮ ਕੋਰਟ 'ਚ ਜਾ ਚੁੱਕਾ ਹੈ ਤੇ ਉਹਦਾ ਇੱਕ ਪ੍ਰੋਸੈਸ ਹੈ, ਉਹ ਪ੍ਰੋਸੈਸ ਹੋ ਕੇ ਗੁਜ਼ਰਨਾ। ਉਹਦੇ ਤੇ ਉਹਨਾਂ ਨੇ ਟਕੈਤ ਜੀ ਨੇ ਸਾਰੀ ਜ਼ਿੰਮੇਵਾਰੀ ਲਈ ਸੀ ਵੀ ਆਪਾਂ ਉਹਦੇ ਬਾਰੇ ਅਸੀਂ ਇੱਥੇ ਯੂਪੀ ਵਾਲੇ ਆਪ ਧਿਆਨ ਦੇਵਾਂਗੇ, ਉਹ ਸਾਰੇ ਕਿਸਾਨਾਂ ਨੂੰ ਉਹਦੇ ਵਿੱਚੋਂ ਬਾਹਰ ਕਢਾਵਾਂਗੇ। ਸਰਕਾਰ ਨਾਲ ਕੋਈ ਕਮਿਟਮੈਂਟ ਉਹਨਾਂ ਦੀ ਹੋਈ ਹੈ
ਜੇ ਨਹੀਂ ਕੱਢਣਗੇ ਫਿਰ ਐਸਕੇਐਮ ਨਾਲ ਹੈਗਾ ਬੈਠਾ ਬਿਲਕੁਲ। ਨਹੀਂ ਹੁਣ ਤਾਂ ਤੁਸੀਂ ਇੱਥੇ ਬੈਠੇ ਹੋਏ ਹੋ, ਐਸਕੇਐਮ ਹੈਗਾ ਆ, ਐਸਕੇਐਮ ਦਾ ਖਾਸ ਇਹਦੇ ਤੇ ਧਿਆਨ ਕੇਂਦਰਿਤ ਹੋਣਾ ਚਾਹੀਦਾ ਸੀ ਕਿਉਂਕਿ ਐਸਕੇਐਮ ਦੇ ਬੋਲਾਂ ਨੂੰ ਪਗਾਉਂਦੇ ਹੋਏ ਹੀ ਉਹ ਕਿਸਾਨ ਉੱਥੇ ਪਹੁੰਚੇ ਸੀਗੇ। ਜੇ ਅੱਜ ਐਸਕੇਐਮ ਉਸ ਫੈਸਲੇ ਦੇ ਉੱਪਰ ਸਟੈਂਡ ਨਹੀਂ ਲੈ ਰਿਹਾ ਉਸ ਤਰੀਕੇ ਦੇ ਨਾਲ, ਇੱਕ ਤੁਸੀਂ ਯੂਪੀ ਦੇ ਸੰਗਠਨਾਂ ਨੂੰ ਉਹ ਫੈਸਲਾ ਦੇ ਚੁੱਕੇ ਹੋ ਕਿ ਆਪਣੇ ਪੱਧਰ ਦੇ ਉੱਪਰ ਮੁਕਾ ਲੈਣ, ਤਾਂ ਕੀ ਲੱਗਦਾ ਹੈ ਕਿ ਕੱਲ ਨੂੰ ਕਿਸਾਨ ਫਿਰ ਉੱਠ ਖੜੇ ਹੋਣਗੇ ਜਦੋਂ ਤੁਸੀਂ ਐਸਕੇਐਮ ਕੋਈ ਕਾਲ ਦਊਗਾ? ਬਿਲਕੁਲ ਬਿਲਕੁਲ, ਇਹ ਤਾਂ ਸਾਡੀ ਅਸੀਂ ਮੰਥਲੀ ਮੀਟਿੰਗ ਤੈਅ ਕਰ ਲਈ ਹੈ। ਇਸੇ ਕਰਕੇ ਜਿਹੜੀ ਸਾਡੀ ਖੂਬਸੂਰਤੀ ਇਸ ਅੰਦੋਲਨ ਦੀ ਰਹੀ ਹੈ ਕਿ ਜਿਹੜਾ ਇਹ ਗੁਲਦਸਤਾ ਬਣਿਆ ਹੈ ਐਸਕੇਐਮ ਦਾ, ਇਹ ਆਪਣੀ ਖੁਸ਼ਬੂ ਪੂਰੇ ਦੇਸ਼ ਨੂੰ ਦੇਵੇਗਾ, ਵੰਡੇਗਾ। ਸੋ ਉਹਦੇ ਤਹਿਤ ਹੀ ਅਸੀਂ ਮੈਂ ਪਹਿਲਾਂ ਜਿਹੜੀ ਗੱਲ ਸ਼ੁਰੂ 'ਚ ਕੀਤੀ ਹੈ ਕਿ ਇਹ ਅੰਦੋਲਨ ਖਤਮ ਨਹੀਂ ਹੋਇਆ, ਸੰਘਰਸ਼ ਖਤਮ ਨਹੀਂ ਹੋਇਆ, ਕੇਵਲ ਧਰਨਾ ਖਤਮ ਕਰ ਰਹੇ ਹਾਂ। ਇੰਨੇ ਵੱਡੇ ਪੱਧਰ ਤੇ ਤੁਸੀਂ ਕਿਵੇਂ ਇਕੱਠੇ ਕਰੋਗੇ ਬਾਅਦ ਦੇ ਵਿੱਚ ਦੁਬਾਰਾ ਫਿਰ ਲੋਕਾਂ ਨੂੰ, ਜੇ ਲਖੀਮਪੁਰ ਦੇ ਮਾਮਲੇ ਵਿੱਚ ਸਰਕਾਰ ਜਰਾ ਜੀ ਨਹੀਂ ਵੀ ਆਨਾਕਾਨੀ ਕਰਦੀ ਹੈ ਤਾਂ? ਜੇ ਇੱਕ ਰਾਤ ਨੂੰ ਰਾਤੋਂ ਰਾਤ ਲੋਕ ਆ ਸਕਦੇ ਹੈ। ਉਦੋਂ ਤਾਂ ਤੁਸੀਂ ਅੰਦੋਲਨ ਲਾ ਕੇ ਬੈਠੇ ਸੀਗੇ ਨਾ। ਨਹੀਂ ਇਹ ਕੋਈ ਗੱਲ ਨਹੀਂ, ਐਸੀ ਗੱਲ। ਇਹ ਦੇਖੋ ਮੈਂ ਇਹ ਗੱਲ ਸਮਝਦਾ ਕਿ ਫੌਜਾਂ ਨੂੰ ਜੇ ਥੱਕੀ ਹੋਈ ਫੌਜ ਤੋਂ ਤੁਸੀਂ ਕਹੋ ਮੋਰਚਾ ਜਿੱਤਣੇ ਹੈ ਤੇ ਔਖਾ ਹੋਏਗਾ। ਮੈਂ ਉਦਾਹਰਨ ਦੇ ਸਕਦਾ ਭਈ ਸਿਕੰਦਰ ਵਾਪਸ ਇਸ ਕਰਕੇ ਹੋ ਗਿਆ ਸੀ ਕਿ ਉਹਦੀਆਂ ਫੌਜਾਂ ਲੜ ਲੜ ਕੇ ਥੱਕ ਗਈਆਂ ਸਨ। ਜਦੋਂ ਪੋਰਸ ਨਾਲ ਲੜਦਿਆਂ ਉਹਨੇ ਵਾਪਸੀ ਦੀ ਗੱਲ ਕੀਤੀ। ਇੱਥੇ ਤਾਂ ਵਿਚਾਰਾਂ ਦੀ ਜੰਗ ਹੈ, ਇੱਥੇ ਤਾਂ ਬੈਠੇ ਹੋਏ ਨੇ ਕਿਸੇ। ਨੋ ਵਿਚਾਰਾਂ ਦੀ ਜੰਗ ਨਹੀਂ ਇਹਨੂੰ ਕਹਿ ਸਕਦੇ। ਨੋ, ਇਹ ਗਲਤ ਹੈ। ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹੋਵਾਂਗਾ। ਕਿਉਂ ਨਹੀਂ ਹੋਵਾਂਗਾ? ਕਿਉਂਕਿ ਇਹਦੇ ਵਿੱਚ ਪੰਜਾਬ ਤੋਂ ਟਰਾਲੀਆਂ ਭਰ ਲੋਕ ਆਉਂਦੇ ਨੇ, ਉਹ ਸ਼ਿਫਟਾਂ 'ਚ ਬਦਲਦੇ ਨੇ। ਇੱਕ ਟਰੈਕਟਰ ਟਰਾਲੀ 20,000 'ਚ ਪਹੁੰਚਦਾ ਹੈ। ਲੋਕਾਂ ਦਾ ਜ਼ੋਰ ਲੱਗ ਚੁੱਕਿਆ ਹੈ ਤੇ ਇਸ ਅੰਦੋਲਨ ਨੂੰ ਥੋੜ੍ਹੇ ਜਿਹੇ ਵਿਰਾਮ ਦੀ ਲੋੜ ਹੈ, ਪਰ ਸੰਘਰਸ਼ ਜਾਰੀ ਹੈ। ਮੈਂ ਪਹਿਲਾਂ ਹੀ ਕਹਿ ਰਿਹਾ ਕਿ ਸੰਘਰਸ਼ ਜਾਰੀ ਹੈ। ਅਸੀਂ ਆਗੂ ਨਹੀਂ ਸੁੱਤੇ, ਆਗੂ ਨਹੀਂ ਅਲੱਗ ਹੋਏ। ਆਗੂ ਅਸੀਂ ਇਸ ਗੱਲ ਤੇ ਦ੍ਰਿੜਤਾ ਨਾਲ ਬੈਠੇ ਹਾਂ ਔਰ ਉਹ ਸਾਰੇ ਦੇ ਸਾਰੇ ਜਿਹੜੇ ਕੰਮ ਸਾਡੇ ਰਹਿੰਦੇ ਨੇ, ਕਿਉਂਕਿ ਸਰਕਾਰ ਨੇ ਕਮਿਟਮੈਂਟ ਕੀਤੀ ਹੈ, ਜਿਹੜੀ ਕਮਿਟਮੈਂਟ ਕੀਤੀ ਹੈ ਸਰਕਾਰ ਨੇ ਉਹ ਪੂਰੀ ਕਰਾਵਾਂਗੇ ਅਸੀਂ। ਸਰਕਾਰ ਨੇ ਕਿਹਾ ਵੀ ਅਸੀਂ ਉਹ ਵੀ ਕੇਸ ਵਾਪਸ ਲਵਾਂਗੇ। ਸਰਕਾਰ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਆ ਕੇ ਮਗਰੋਂ ਬੈਠੋ। ਸਰਕਾਰ ਨੇ ਤਾਂ ਹੋਰ ਵੀ ਗੱਲਾਂ ਕਹੀਆਂ ਵੀ ਤੋਂ ਅੱਗੇ ਵੱਧ ਕੇ ਵੀ ਕਰਾਂਗੇ। ਨਹੀਂ, ਮੈਂ ਹੁਣ ਤੁਹਾਡੇ ਨਾਲ ਫੇਰ ਗੱਲ ਕਰ ਲਾਂ। ਸਰਕਾਰ ਵੋਟਾਂ ਦੇ ਮਾਮਲੇ 'ਚ ਜੇ ਅਸੀਂ ਗੱਲ ਕਰਦੇ ਹਾਂ ਤਾਂ ਸਰਕਾਰ ਨੂੰ ਬਹੁਤ ਕਾਹਲੀ ਹੈ ਵੀ ਛੇਤੀ ਛੇਤੀ ਇਹ ਕਿਸਾਨ ਅੰਦੋਲਨ ਖਤਮ ਹੋਵੇ, ਸੋ ਮੰਗਾਂ ਮੰਨ ਰਹੀ ਹੈ। ਯੂਪੀ ਦੀਆਂ ਵੋਟਾਂ ਖਤਮ ਹੋ ਜਾਂਦੀਆਂ ਨੇ ਫਿਰ ਸਰਕਾਰ ਤੁਹਾਡੀ ਗੱਲ ਮੰਨਣ ਨੂੰ ਤਿਆਰ ਹੋਏਗੀ। ਤੁਸੀਂ 1 ਸਾਲ ਲਗਾਤਾਰ ਇੱਥੇ ਬੈਠੇ ਰਹੇ ਹੋ। 1 ਸਾਲ ਜਨਵਰੀ ਤੋਂ ਬਾਅਦ, ਉਸ ਤੋਂ ਬਾਅਦ ਜਦੋਂ ਤੋਂ 26 ਜਨਵਰੀ ਸੀ, ਉਸ ਤੋਂ ਪਹਿਲਾਂ 22 ਤਰੀਕ ਨੂੰ ਤੁਹਾਡੀ ਮੀਟਿੰਗ ਹੁੰਦੀ ਹੈ, 22 ਜਨਵਰੀ ਨੂੰ। ਫਿਰ ਲਗਾਤਾਰ 1 ਸਾਲ ਤੁਹਾਡੀ ਗੱਲਬਾਤ ਨਹੀਂ ਹੁੰਦੀ। ਨਵੰਬਰ ਮਹੀਨੇ ਵਿੱਚ 19 ਨਵੰਬਰ ਨੂੰ ਨਰਿੰਦਰ ਮੋਦੀ ਜੀ ਐਲਾਨ ਕਰ ਦਿੰਦੇ ਨੇ ਬਿਨਾਂ ਗੱਲਬਾਤ ਤੋਂ। ਕੀ ਲੱਗਦਾ ਹੈ ਕਿ ਇੰਨਾ ਲੰਬਾ ਫਾਸਲਾ ਪਿਆ? ਫਿਰ ਉਸ ਤੋਂ ਬਾਅਦ ਜਦੋਂ ਵੋਟਾਂ ਪੈ ਜਾਂਦੀਆਂ ਨੇ, ਜਿਹੜਾ ਸੰਘਰਸ਼ ਹੈ ਉਹ ਦੁਬਾਰਾ ਫਿਰ ਕਿਸ ਤਰੀਕੇ ਨਾਲ ਸਰਕਾਰ ਸੁਣੂਗੀ? ਫਿਰ ਸੰਘਰਸ਼ ਸ਼ੁਰੂ ਕਰੋਗੇ? ਜੇ ਲਖੀਮਪੁਰ ਵਾਲੇ ਮਾਮਲੇ ਦੇ ਉੱਪਰ ਸਰਕਾਰ ਤੁਹਾਨੂੰ ਇਨਸਾਫ ਨਹੀਂ ਦਿੰਦੀ, ਉਹ ਜਿਹੜੇ ਕਤਲ ਜਿਹੜੇ ਹੋ ਚੁੱਕੇ, ਜਿਹੜੇ ਸਰਕਾਰ ਨੇ ਕੀਤੇ ਸੀਗੇ, ਜਿਹੜੇ ਉਹਦੇ ਬੰਦਿਆਂ ਨੇ ਕੀਤੇ ਸੀਗੇ, ਠੀਕ ਹੈ, ਸਰਕਾਰ ਦੇ ਨੁਮਾਇੰਦੇ ਜੇ ਅਸੀਂ ਕਹਿ ਲਈਏ, ਤਾਂ ਜਿੱਥੇ ਕਿਤੇ ਕਿਸਾਨ ਵੀ ਸ਼ਾਮਲ ਸੀ, ਕਿਸਾਨਾਂ ਦੇ ਉੱਪਰ ਵੀ ਕਤਲ ਪਾ ਦਿੱਤੇ ਗਏ। 3 ਲੋਕਾਂ ਦੇ ਕਤਲ ਜਿਹੜੇ ਉਹਨਾਂ ਨੇ ਹੱਥਾਂ ਦੇ ਵਿੱਚ ਜਿਉਂਦੇ ਬੰਦੇ ਪੁਲਿਸ ਨੂੰ ਫੜਾਏ ਨੇ। ਸੋ ਉਹ ਮਾਮਲਾ ਬਹੁਤ ਗੰਭੀਰ ਹੈ। ਤੁਸੀਂ ਕਿਸ ਤਰੀਕੇ ਨਾਲ ਉਹਨੂੰ ਲੈ ਰਹੇ ਹੋ? ਵੋਟਾਂ ਪੈ ਜਾਣੀਆਂ, ਸਰਕਾਰ ਕੀ ਕਰੂਗੀ ਉਸ ਤੋਂ ਬਾਅਦ? ਨਹੀਂ ਤੁਸੀਂ ਤਾਂ ਬਹੁਤ ਅੱਗੇ ਚਲੇ ਗਏ। ਇਲੈਕਸ਼ਨ 'ਚ 4 ਮਹੀਨੇ ਬਾਕੀ ਨੇ, ਅਸੀਂ ਤਾਂ 2 ਮਹੀਨਿਆਂ 'ਚ ਕਰਾਉਣਾ ਸਾਰਾ ਕੁਝ। ਤੁਸੀਂ ਵੋਟਾਂ ਦੇ ਬਾਅਦ ਦੀ ਗੱਲ ਹੈ। ਵੋਟਾਂ ਤਾਂ ਅਜੇ ਕਿੱਥੇ ਜਾ ਕੇ ਪੈਣੀਆਂ, ਮਾਰਚ ਮਹੀਨੇ ਦੇ ਵਿੱਚ ਪੈਣਗੀਆਂ ਵੋਟਾਂ। ਅਸੀਂ ਤਾਂ 2 ਮਹੀਨੇ 'ਚ ਗੱਲ ਕਰ ਰਹੇ ਹਾਂ ਕਿ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਹੈ ਕਿ 2 ਮਹੀਨੇ ਦੇ ਵਿੱਚ ਸਾਰਾ ਕੁਝ ਠੀਕ ਕਰਾਂਗੇ। ਤੁਸੀਂ ਆਓ ਸਾਡੇ ਕੋਲ, ਅੰਦੋਲਨ ਖਤਮ ਕਰਕੇ ਇਹ ਸਾਰੇ ਦੇ ਸਾਰੇ ਪਰਚੇ ਜਿਹੜੇ ਖਤਮ ਕਰ ਦਿਆਂਗੇ। ਜਿਹੜੇ ਉਹ 302 ਦੇ ਵਿੱਚ ਜਿਹੜੇ ਕਿਸਾਨ ਉਹਨਾਂ ਨੇ ਪਕੜੇ ਨੇ, ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਨੇ ਕਿਹਾ ਸੀ ਹੁਣੇ ਕਨਵਰਟ ਕਰਾਂਗੇ 304A ਦੇ ਵਿੱਚ, ਐਕਸੀਡੈਂਟ ਕੇਸ ਦੇ ਵਿੱਚ। ਸੈਕਿੰਡ, ਉਹਨਾਂ ਨੂੰ ਬਾਹਰ ਕੱਢ ਕੇ ਲਿਆਵਾਂਗੇ। ਨਹੀਂ, ਇਹ ਮੰਗ ਹੁਣ ਕਿਉਂ ਨਹੀਂ? ਇਹ ਮੰਗ ਹੁਣ ਕਿਉਂ ਨਹੀਂ? ਹੁਣੇ ਹੈ, ਹੁਣੇ ਤਾਂ ਮੰਨੀ ਹੈ, ਹੁਣੇ ਐਗਰੀ ਹੋਈ ਹੈ ਸਰਕਾਰ। ਇਹਨੂੰ ਆਪਾਂ ਹੁਣੇ ਕਿਉਂ ਕਹਿੰਦਾ ਛੱਡੀ ਨਹੀਂ ਹੈ? ਸਰਕਾਰ ਐਗਰੀ ਹੋਈ ਹੈ। ਤੁਸੀਂ ਇਸ ਮੇਰੀ ਗੱਲ ਨੂੰ ਸ਼ਾਇਦ ਸਮਝ ਨਹੀਂ ਰਹੇ। ਸਰਕਾਰ ਨੇ ਐਗਰੀ ਕੀਤਾ ਹੈ ਕਿ ਅਸੀਂ ਉਹਨਾਂ ਨੂੰ, ਬੱਚਿਆਂ ਨੂੰ ਹੁਣੇ ਕੱਢ ਕੇ ਲਿਆਵਾਂਗੇ, ਕਨਵਰਟ ਕਰਾਂਗੇ 304A ਦੇ ਵਿੱਚ। ਸੈਕਿੰਡ, ਇਹਨੂੰ ਅਸੀਂ ਖਤਮ ਕਰਾਂਗੇ। ਸਾਡੀ ਉਹਨਾਂ ਦੀ ਕਮਿਟਮੈਂਟ ਹੈ ਇਹ। ਸੋ ਜੇ ਸਰਕਾਰ 2 ਮਹੀਨੇ 'ਚ ਕਮਿਟਮੈਂਟ ਪੂਰੀ ਨਹੀਂ ਕਰਦੀ, ਇਲੈਕਸ਼ਨ ਤੋਂ 4 ਮਹੀਨੇ ਹੈ, ਉਹ ਤੋਂ ਪਹਿਲਾਂ ਹੀ ਕਰਾਵਾਂਗੇ। ਸਰਕਾਰ ਦੀ ਸੰਗੀ ਕੁੱਟ ਕੇ ਕਰਾਵਾਂਗੇ। ਕਿਹੜੀ ਗੱਲ ਹੈ ਇਹ? ਆਪਾਂ ਨੂੰ ਐਸਕੇਐਮ ਤੇ ਭਰੋਸਾ ਨਹੀਂ, ਆਪਣੇ ਲੋਕਾਂ ਤੇ ਭਰੋਸਾ ਨਹੀਂ। ਜੇ ਸਾਡੇ ਲੋਕ, ਇਹ ਗੱਲ ਕਿਉਂ ਭਰਮ ਫੈਲਾਇਆ ਜਾ ਰਿਹਾ? ਇਹ ਵੱਡੀ ਗੱਲ ਮੈਂ ਕਹਿੰਦਾ ਨੁਕਸਾਨਦੇਹ ਹੈ, ਜਿਹੜੀ ਆਪਾਂ ਇੱਕ ਭਰਮ ਇਹਨੂੰ ਫੈਲਾ ਕੇ ਬਣਾ ਕੇ। ਲਖੀਮਪੁਰ ਵਾਲਾ ਮਾਮਲਾ, ਮੇਰੀ ਪਹਿਲਾਂ ਪੂਰੀ ਬੇਨਤੀ ਸੁਣੋ।
ਕਿ ਜੀ ਮੁੜ ਕੇ ਅੰਦੋਲਨ ਐਡਾ ਵੱਡਾ ਨਹੀਂ ਖੜਾ ਹੋ ਸਕਦਾ। ਕਿਉਂ ਨਹੀਂ ਹੋ ਸਕਦਾ ਭਾਈ? ਮੈਂ ਕਹਿੰਦਾ ਇਹ ਤੋਂ ਵੱਡਾ ਖੜਾ ਹੋਏਗਾ। ਲੋਕਾਂ ਦਾ ਮਨੋਬਲ ਐਡਾ ਵੱਡਾ ਵਧਿਆ ਕਿ ਇਹ ਲੋਕ ਗਏ ਨੇ ਅੰਦੋਲਨ 'ਚ, ਜਿੱਤ ਕੇ ਮੁੜੇ ਨੇ, ਤੇ ਹੁਣ ਜਦੋਂ ਜਾਣਗੇ ਤਾਂ ਵੱਡੀ ਪ੍ਰਾਪਤੀ ਕਰਕੇ ਆਉਣਗੇ। ਅੱਗੇ ਤੋਂ ਵੱਧ ਕੇ ਲੋਕ ਆਉਣਗੇ, ਇਹ ਤੋਂ ਵੱਧ ਕੇ ਅੰਦੋਲਨ ਹੋਏਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੱਲ ਦੀ ਮੀਟਿੰਗ ਦੀ ਗੱਲ। ਇੱਕ ਸਾਡੀ ਭੈਣ ਆਈ, ਉਹ ਸੀ ਤਾਮਿਲਨਾਡੂ ਤੋਂ ਸ਼ਾਇਦ, ਉਹਨੇ ਮੈਨੂੰ ਉੱਠ ਕੇ ਇਹ ਗੱਲ ਕਹੀ। ਮੈਂ ਕਿਉਂਕਿ ਮੇਰਾ ਸੁਭਾਅ ਆ, ਮੈਂ ਥੋੜ੍ਹਾ ਤੱਤਾ ਹੋ ਜਾਂਦਾ, ਤੇ ਉਹ ਮੈਨੂੰ ਕਹਿੰਦੀ, ਮੇਰੇ ਵੀਰ, ਉਹਨੇ ਹਿੰਦੀ 'ਚ ਕਿਹਾ कि भाई आपको नहीं गर्म होना है, पंजाब का चेहरा पूरा देश देख रहा है। इस आंदोलन में हरियाणा यूपी कोई भी हो, लेकिन इस आंदोलन का अगुआ कौन मान रहे हैं? किसको? अगुआ जो है, अगुआ मतलब मोरी, मुखी कौन है इस आंदोलन का? वो पंजाब है, वो सिख है, तो आपको गर्म नहीं होना। कहने का भाव एक बेब बनी है पूरे भारत दे विच। जिदले एक सिख उठ के कह दूगा, एक यूनीयन उठ के कह दूगी पंजाब दी, मैं तो SKM की वड्डी गल हो जूगी जो कहोगे, लोग नठ के आ जाएंगे। ये नत्थ पा देंगे यूपी 2 महीने पहले ही। असीं इलैक्शन तो जिले जाए खौरू पटता ये हथ जोड़ के कह कि भाई आ गल्लां जिहड़ियां तुहाडे नाल कमिटमेंट कीती सी, मन लई। कमिटमेंट कीती है उन्होंने, और वो मन लई। उन्होंने ਉਹਦਾ ਜਿਹੜਾ ਹੈਗੇ ਆ ਮਲਿਕ ਦੇ WhatsApp ਤੇ ਰਿਟਰਨ 'ਚ ਭੇਜਿਆ ਸਾਰਾ ਕੁਝ। ਉਹ ਜਿਹੜਾ ਧਰਮਿੰਦਰ ਮਲਿਕ ਹੈ, ਰਕੇਸ਼ ਟਕੈਤ ਜੀ ਦਾ, ਉਹਨਾਂ ਦੇ, ਕਿਉਂ ਕਈ ਗੱਲਾਂ ਤੁਹਾਨੂੰ ਪ੍ਰੈਸ 'ਚ ਨਹੀਂ ਉਹ ਦੇ ਸਕਦੇ। ਉਹ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਸਰਕਾਰ ਨਾਲ, ਜਿਹੜੀਆਂ ਸਾਡੀਆਂ ਅੰਦਰੂਨੀ ਗੱਲਾਂ। ਹੁਣ ਆ ਤੁਹਾਡੇ ਕੋਲ ਜਿਹੜਾ ਪ੍ਰਸਤਾਵ ਆ ਗਿਆ, ਜਾਣਾ ਤਾਂ ਇਹ ਵੀ ਨਹੀਂ ਚਾਹੀਦਾ ਤੁਹਾਡੇ ਕੋਲ ਪ੍ਰੈਸ ਕੋ, ਪਰ ਤੁਸੀਂ ਲੈ ਲੈਣੇ। ਸਾਨੂੰ ਪਤਾ ਕਿ ਤੁਹਾਡੇ ਕੋਲ ਹੈਗੇ ਇੱਦਾਂ ਦੇ ਤੁਹਾਡੇ ਸੂਤਰ, ਉਹ ਲੈ ਆਉਂਦੇ ਆ ਕੱਢ ਕੇ। ਪਰ ਸਾਡੀ ਤਾਂ ਗੱਲ ਇਹ ਹੁੰਦੀ ਹੈ ਵੀ ਸਾਡੀ ਜਿਹੜੀ ਅੰਦਰਲੀ ਗੱਲ ਹੈ ਬਾਹਰ ਜਾਣੀ ਨਹੀਂ ਚਾਹੀਦੀ। ਸੋ ਇਹ ਸਾਰੀਆਂ ਗੱਲਾਂ ਅਸੀਂ ਮਨਾਵਾਂਗੇ। ਕੋਈ ਐਸੀ ਪ੍ਰੈਸ ਤੋਂ ਕਾਹਦਾ ਤੁਹਾਨੂੰ ਉੱਲਾ ਹੈ? ਪ੍ਰੈਸ ਨੂੰ ਤੁਸੀਂ ਦੱਸੋਗੇ ਤਾਂ ਹੀ ਲੋਕਾਂ ਨੂੰ ਪਤਾ ਲੱਗੇਗਾ ਨਾ ਕੀ ਕਰ ਰਹੇ ਹੋ। ਕੋਈ ਤੁਸੀਂ ਅੰਦਰ ਖਾਤੇ ਤਾਂ ਕੁਝ ਨਹੀਂ ਕਰਨਾ। ਕੁਝ ਗੱਲਾਂ ਜਿਹੜੀਆਂ ਹੁੰਦੀਆਂ, ਉਹ ਕੁਝ ਗੱਲਾਂ ਨਹੀਂ ਪਬਲਿਕਲੀ ਕੀਤੀਆਂ ਜਾਂਦੀਆਂ। ਸਾਰੀਆਂ ਗੱਲਾਂ ਪਬਲਿਕ ਨਹੀਂ ਹੁੰਦੀਆਂ। ਪ੍ਰੈਸ ਦਾ ਵੱਡਾ ਰੋਲ ਹੈ। ਤੁਹਾਡੇ ਅਸੀਂ ਧੰਨਵਾਦੀ ਹਾਂ। ਪ੍ਰੈਸ ਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਜਾਣੀ ਚਾਹੀਦੀ ਗੱਲ, ਪ੍ਰੈਸ ਕੋ ਜਾਣੀ ਚਾਹੀਦੀ ਗੱਲ, ਪਰ ਗੱਲ ਉਦੋਂ ਠੋਕ ਵਜਾ ਕੇ ਜਾਵੇ ਜਦੋਂ ਪੂਰੇ ਹੱਲ 'ਤੇ ਚੱਲੀ ਜਾਵੇ। ਆਪਾਂ ਉਹਨੂੰ ਰਸਤੇ 'ਚ ਨਾ ਖਿਲਾਰੀਏ। ਜੀ ਬਿਲਕੁਲ। ਜੇ ਅਸੀਂ ਗੱਲ ਕਰੀਏ ਬਾਕੀ ਕੇਸਾਂ ਦੀ, ਜਿਹੜੀ ਸਟੇਟ ਦੇ ਜਿਹੜੇ ਅਧੀਨ ਆਉਂਦੇ ਨੇ, ਰਾਜਾਂ ਦੇ ਅਧੀਨ ਆਉਂਦੇ ਨੇ, ਪੰਜਾਬ ਦੇ, ਯੂਪੀ ਦੇ, ਹਰਿਆਣਾ ਦੇ, ਉਹ ਜਿਹੜੇ ਕੇਸ ਜਿਹੜੇ ਵੀ ਅੰਦੋਲਨ ਦੌਰਾਨ ਹੋਏ ਨੇ ਉਹਨਾਂ ਦੀ, ਦਿੱਲੀ ਦੇ ਕੇਸ ਤੇ ਚੰਡੀਗੜ੍ਹ ਦੇ ਕੇਸ, ਕਿਉਂਕਿ ਚੰਡੀਗੜ੍ਹ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਕਿਸਾਨਾਂ ਤੇ ਕੇਸ ਹੋਏ ਨੇ, ਸੋ ਉਹ ਸਾਰੇ ਵੀ ਬਿਲਕੁਲ ਕਲੀਅਰ ਹੋ ਜਾਣਗੇ। ਬਿਲਕੁਲ। ਤੁਹਾਡੇ ਕੋਲ ਮੈਂ ਤਾਂ, ਤੁਸੀਂ ਉਹਨੂੰ ਜਦੋਂ ਮੋਬਾਈਲ ਖੋਲ, ਅਸੀਂ ਤੁਹਾਡੇ ਕੋਲ ਸੁਣਨਾ ਸਾਡੇ ਲਈ ਜ਼ਿਆਦਾ। ਅੱਛਾ ਠੀਕ ਹੈ। ਉਹ ਤਾਂ ਰਿਟਰਨ 'ਚ ਦੇ ਦਿੱਤਾ। ਉਹ ਤਾਂ ਰਿਟਰਨ 'ਚ ਦੇ ਦਿੱਤਾ। ਉਹਨਾਂ ਨੇ ਕਿਹਾ ਕਿ ਉਹਨੇ 4 ਸਟੇਟਾਂ ਦੇ ਨਾਮ ਦਿੱਤੇ ਆ ਪਹਿਲਾਂ, ਜਿਹਦੇ ਵਿੱਚ BJP ਦੇ ਇਸ ਲਈ ਸਰਕਾਰਾਂ ਚੱਲ ਰਹੀਆਂ। ਉਹਨੇ ਕਿਹਾ ਕਿ ਹਰਿਆਣਾ, ਯੂਪੀ, ਹਿਮਾਚਲ ਔਰ ਮੱਧ ਪ੍ਰਦੇਸ਼, ਜਿੱਥੇ ਨਹੀਂ ਵੀ ਉਹਨਾਂ ਦੀਆਂ ਸਰਕਾਰਾਂ, ਉਹਨਾਂ ਨੇ ਕਿਹਾ ਸੀ ਉਹਨਾਂ ਨੂੰ ਵੀ ਲੈਟਰ ਕੱਢਾਂਗੇ। ਸੈਕੰਡ, ਉਹਨਾਂ ਨੇ ਕਿਹਾ ਵੀ ਟੋਟਲ ਕੇਸ ਉਹ ਦਿੱਲੀ ਦੇ, ਚੰਡੀਗੜ੍ਹ ਦੇ, ਔਰ ਜਿਹੜੇ ਉਹਨਾਂ ਨੇ ਕਿਹਾ ਵੀ ਅਲੱਗ-ਅਲੱਗ ਏਜੰਸੀਆਂ ਵੱਲੋਂ ਕੀਤੇ ਗਏ। ਅਲੱਗ-ਅਲੱਗ ਏਜੰਸੀਆਂ ਦਾ ਇਹ ਸੀ ਕਿਉਂਕਿ ਅਸੀਂ NIA ਦੇ ਆ ਜਿਹੜੇ ਬਲੈਕ ਲਿਸਟ ਤੇ ਆ ਰਿਹਾ, ਉਹ ਸਾਰੇ ਹੀ ਐਗਰੀ ਕੀਤੇ ਆ। ਉਹ ਤੁਸੀਂ, ਤੁਹਾਡੇ ਕੋਲ ਆ ਗਿਆ, ਮੈਨੂੰ ਪਤਾ। ਚਲੋ ਮੇਰੇ ਮੂੰਹ ਤੁਸੀਂ ਕਹਾਉਣਾ ਚਾਹੁੰਦੇ, ਉਹ ਤੁਹਾਡੇ ਕੋਲ ਹੈਗਾ ਹੈ, ਉਹਦੇ ਵਿੱਚ ਲਿਖਿਆ ਹੋਇਆ ਆਲਰੇਡੀ। ਕੁਝ ਜਦੋਂ ਤੁਸੀਂ ਵਾਪਸ ਜਾਂਦੇ ਹੋ ਤਾਂ ਪੰਜਾਬ ਦੇ ਵਿੱਚ ਵੀ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ। ਚੋਣਾਂ ਬਿਲਕੁਲ ਨਜ਼ਦੀਕ ਨੇ। ਸੋ ਕੁਝ ਕਿਸਾਨ ਆਗੂ ਜਿਹੜੇ, ਜੇ ਅਸੀਂ ਕਹਿ ਲਈਏ, ਜੇ ਕੁਝ ਜਾਂਦੇ ਵੀ ਨੇ ਸਿਆਸਤ ਦੇ ਵਿੱਚ, ਸਿਆਸਤ ਕਰਨੀ ਕੋਈ ਮਾੜੀ ਗੱਲ ਨਹੀਂ, ਪਰ ਜੇ ਕਿਸਾਨ ਆਗੂ ਸਿਆਸਤ 'ਚ ਜਾਂਦੇ ਨੇ ਤਾਂ ਕੀ ਫਿਰ ਉਹ ਕਿਸਾਨ ਆਗੂ ਬਣੇ ਰਹਿਣਗੇ ਜਾਂ ਫਿਰ ਉਹਨਾਂ ਨੂੰ ਇਹ ਪਦਵੀ ਆਪਣੀ ਛੱਡਣੀ ਪਏਗੀ? ਦੇਖੋ, SKM ਦੇ ਉਹ ਮੈਂਬਰ ਨੇ। ਦੇਖੋ, ਇੱਕ ਹੈ ਕਿ ਅਸੀਂ 32 ਜਥੇਬੰਦੀਆਂ ਪੰਜਾਬ ਤੋਂ ਇਕੱਠੀਆਂ ਹੋਈਆਂ, 2 ਜਥੇਬੰਦੀਆਂ ਹੋਰ ਨੇ ਸਾਡੇ ਨਾਲ, ਉਗਰਾਹਾਂ ਸਾਹਿਬ ਦੀ ਔਰ ਜਿਹੜੀ ਪੰਧੇਰ ਹੋਣਾ, 34 ਹੋ ਜਾਂਦੀਆਂ ਨੇ। ਹੋਰ ਵੀ ਹੋਣਗੀਆਂ, ਪਰ ਅਸੀਂ 34 ਤੇ ਹੈਗੇ ਆ ਨਾ, ਜਿਨ੍ਹਾਂ ਦੇ ਨਾਮ ਲਿਸਟਾਂ 'ਚ ਹੈਗੇ ਨੇ। ਮੈਂ ਸਮਝਦਾ ਵੀ ਅਸੀਂ ਸਾਰੇ ਇਕੱਠੇ ਹੋ ਕੇ ਬੈਠਾਂਗੇ, ਪੰਜਾਬ ਲਈ ਸੁਹਿਰਦ ਹੋ ਕੇ ਵਿਚਾਰਾਂਗੇ ਇਹਦੇ ਬਾਰੇ ਕੀ ਕਰਨਾ। ਹਰ ਇੱਕ ਜਥੇਬੰਦੀ ਦਾ ਜਿਹੜਾ ਆਪਣਾ ਵੱਖਰਾ ਸਿਸਟਮ ਹੈ, ਵੱਖਰਾ ਸੰਵਿਧਾਨ ਲਿਖਿਆ ਹੋਇਆ, ਉਹਦੇ ਮੁਤਾਬਕ ਚੱਲਦੀਆਂ ਜਥੇਬੰਦੀਆਂ। ਉਹਨਾਂ ਦੇ ਆਗੂ ਨੇ ਕਦੇ ਰਾਜਨੀਤਿਕ ਲਾਹਾ ਲੈਣਾ ਨਹੀਂ ਲੈਣਾ, ਉਹ ਜਥੇਬੰਦੀਆਂ ਦਾ ਆਪਣਾ ਪਹਿਲਾਂ ਖਰੜਾ ਤਿਆਰ ਹੁੰਦਾ। ਹੁਣ ਜੇਕਰ ਕੋਈ ਜਥੇਬੰਦੀ ਦਾ ਇਹ ਹੋਊਗਾ ਕਿ ਉਹਨਾਂ ਨੇ ਨਹੀਂ ਖਰੜੇ 'ਚ ਲਿਖਿਆ ਆ, ਉਹ ਜਾਣਾ ਚਾਹੁੰਦੇ ਨੇ, ਜਾ ਸਕਦੇ ਨੇ। ਸਾਨੂੰ ਕੀ ਪ੍ਰੋਬਲਮ ਹੈ ਉਹਦੇ ਨਾਲ? ਜੇ ਇਹ ਜਿਹੜੇ ਪੁਰਾਣੀਆਂ ਰਵਾਇਤੀ ਪਾਰਟੀਆਂ ਦੇ ਆਗੂ ਨੇ, ਇਹਨਾਂ ਨੇ ਕੋਈ ਰਜਿਸਟਰੀ ਕਰਾਈ ਹੋਈ ਹੈ ਪੰਜਾਬ ਦੀ ਵੀ ਅਸੀਂ ਸੱਤਾ ਤੇ ਬਹਿਣਾ, ਇਹਨੇ ਕੁਰਸੀਆਂ ਆਪਣੇ ਨਾਮ ਲਿਖਵਾਈਆਂ ਕਿਤੇ ਰਜਿਸਟਰੀ ਕਰਾ ਕੇ? ਕੋਈ ਕਿਸਾਨ ਦਾ ਪੁੱਤਰ ਕਿਉਂ ਨਹੀਂ ਬਹਿ ਸਕਦਾ?
ਕੋਈ ਮਜ਼ਦੂਰ ਦਾ ਪੁੱਤਰ ਕਿਉਂ ਨਹੀਂ ਬਹਿ ਸਕਦਾ? ਮਨਜੀਤ ਰਾਏ ਵੀ ਬਹਿ ਸਕਦੇ। ਨਹੀਂ, ਮੈਂ ਨਹੀਂ ਬੈਠਾਂਗਾ। ਮੈਂ ਕਲੀਅਰ ਤੁਹਾਡੇ ਰਾਹੀਂ, ਮੈਂ ਸਾਰੇ ਮੀਡੀਆ ਦੇ ਰਾਹੀਂ ਕਹਿਤਾ ਕਿ ਸੱਤਾ ਦੇ ਬਿਲਕੁਲ ਲਾਗੇ ਵੀ ਨਹੀਂ ਜਾਵਾਂਗੇ। ਠੀਕ ਹੈ, ਕੋਈ ਸਾਡਾ ਕਿਸਾਨ ਭਰਾ ਲੜਨਾ ਚਾਹੁੰਦਾ ਉਹਦੀ ਸਪੋਰਟ ਕਰਾਂਗੇ। ਜੇ ਅਸੀਂ ਇਹਨਾਂ ਨੂੰ ਰੋਜ਼ ਪਾ ਸਕਦੇ ਹਾਂ, ਉਹ ਕਹਿੰਦੇ ਹੁੰਦੇ ਆ ਨਾ ਵੀ ਚਿੱਟੇ ਵਗਲੇ ਤਾਂ ਨੀਲੇ ਮੋਰ, ਉਹ ਵੀ ਚੋਰ ਤਾਂ ਉਹ ਵੀ ਚੋਰ। ਜੇ ਅਸੀਂ ਇਹਨਾਂ ਚੋਰਾਂ ਨੂੰ ਵੋਟਾਂ ਪਾ ਸਕਦੇ ਹਾਂ ਤਾਂ ਫਿਰ ਸਾਡਾ ਕੋਈ ਕਿਸਾਨ ਭਰਾ ਉਹਨੂੰ ਕਿਉਂ ਨਹੀਂ ਪਾਵਾਂਗੇ? ਸੋ ਇਸ ਕਰਕੇ ਮਨਜੀਤ ਸਿੰਘ ਨਹੀਂ ਜਾਊਗਾ। ਪਰ ਮਨਜੀਤ ਰਾਏ ਜੀ, ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਇਹ ਤਾਂ ਉਸ ਦੇ ਦੌਰਾਨ ਸਿਆਸਤਦਾਨਾਂ ਨੂੰ ਬਹੁਤ ਪਿੱਛੇ ਰੱਖਿਆ ਗਿਆ ਸਟੇਜ ਤੋਂ। ਮੇਰਾ ਸਵਾਲ ਇਸ ਲਈ ਸੀਗਾ ਕਿ ਕੱਲ ਨੂੰ ਫਿਰ ਜਦੋਂ ਤੁਸੀਂ ਕਿਤੇ ਮੋਰਚਾ ਲੜਨਾ ਹੋਵੇ, ਕਿਉਂਕਿ ਸ਼ਾਇਦ ਹੋ ਸਕਦਾ ਤੁਹਾਨੂੰ ਯੂਪੀ ਦੇ ਲਈ ਤਿਆਰੀ ਕਰਨੀ ਪਵੇ ਜੇ ਸਰਕਾਰ ਮੰਗਾਂ ਨਹੀਂ ਮੰਨਦੀ ਹੈ, ਜਾਂ ਐਮਐਸਪੀ ਦੀ ਗਾਰੰਟੀ ਦੇ ਲਈ ਵੀ ਤੁਹਾਨੂੰ ਤਿਆਰੀ ਕਰਨੀ ਪੈ ਸਕਦੀ ਆ, ਫਿਰ ਕੀ ਲੱਗਦਾ ਹੈ ਕਿ ਜਿਹੜੇ ਸਿਆਸਤ 'ਚ ਜਾਣਗੇ ਉਹ ਕਿਸਾਨ ਆਗੂ ਬਣੇ ਰਹਿਣਗੇ? ਕਿਉਂਕਿ ਤੁਹਾਡੀ ਸਭ ਤੋਂ ਪਹਿਲੀ ਗੱਲ ਇਹ ਸੀ, ਸਟੇਜ ਤੇ ਤੁਸੀਂ ਸਿਆਸਤਦਾਨ ਨੂੰ ਨਹੀਂ ਸੀ ਚੜ੍ਹਨ ਦਿੰਦੇ। ਦੇਖੋ, ਇਹ ਕਲੀਅਰ ਕੱਟ ਹੈ ਕਿ ਉਹ ਆਪਣੀ ਜਥੇਬੰਦੀ ਭੇਜਣ, ਆਪ ਨਾ ਆਉਣ। ਜੇ ਉਹਨੇ ਪੋਲੀਟੀਕਲ ਲਾਈਨ 'ਚ ਜਾਣਾ ਤਾਂ ਜਾਣ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਇਹ ਪੱਕੀ ਗੱਲ ਹੈ ਕਿ ਸਾਡਾ ਐਸਕੇਐਮ ਨਾਨ ਪੋਲੀਟੀਕਲ ਹੈ, ਇਹ ਬਿਲਕੁਲ ਨਾਨ ਪੋਲੀਟੀਕਲ ਰਹੇਗਾ। ਇਹਦੇ ਵਿੱਚ ਪੋਲੀਟੀਕਲ ਬੰਦਾ ਨਹੀਂ ਕੋਈ ਆਊਗਾ ਕਿ ਪੰਜਾਬ ਦੇ ਵਿੱਚ ਜਾ ਕੇ। ਇਹ ਤੁਹਾਡਾ ਇਕੱਲਿਆਂ ਦਾ ਫੈਸਲਾ ਹੈ ਕਿ ਐਸਕੇਐਮ ਦਾ? ਨਹੀਂ, ਐਸਕੇਐਮ ਦਾ ਕਰਾਂਗੇ ਅਸੀਂ ਆਪਣੀ ਮਿਹਰ ਹੈ ਆਪਣੀ ਦੇਵਾਂਗਾ ਕਿ ਜੇ ਸ਼ਖਸ ਨੇ ਇਲੈਕਸ਼ਨ ਲੜਨੀ ਹੈ ਉਹ ਲੜੇ, ਉਹ ਆਪਣੀ ਜਥੇਬੰਦੀ ਨੂੰ ਹੋਰ ਕੋਈ ਨੋਮੀਨੇਟ ਕਰਕੇ ਭੇਜ ਦੇਵੇ, ਸਾਨੂੰ ਕੀ ਪ੍ਰੋਬਲਮ ਹੈ? ਉਹ ਆਪਣੀ ਸੱਤਾ ਕਰੀ ਜਾਵੇ। ਸਾਡੀ ਸਟੇਜ ਅਸੀਂ ਪੋਲੀਟੀਕਲ ਲੋਕਾਂ ਨਾਲ ਸਾਂਝੀ ਨਹੀਂ ਕਰਾਂਗੇ, ਚਾਹੇ ਉਹ ਸਾਡੇ ਵਿੱਚੋਂ ਹੀ ਜਾ ਕੇ ਪੋਲੀਟੀਕਲ ਕੋਈ ਬਣੇ, ਉਹ ਸਾਡੀ ਸਟੇਜ ਤੇ ਨਹੀਂ ਆਏਗਾ। ਇਹ ਮੇਰੀ ਮਨਸ਼ਾ ਹੈ ਆਪਣੀ ਪਰਸਨਲ, ਔਰ ਇਹ ਅਸੀਂ ਰੱਖਾਂਗੇ ਸਾਰਿਆਂ ਦੇ ਨਾਲ ਵੀ ਭਾਈ ਅਸੀਂ ਉਹਦੇ ਵਿੱਚ, ਉਹ ਜੇਕਰ ਮੇਰੀ ਕੋਈ ਜਥੇਬੰਦੀ ਦਾ ਵੀ ਚਲਿਆ ਜਾਂਦਾ ਤੇ ਉਹਨੂੰ ਵੀ ਕਵਾਂਗੇ ਭਾਈ ਤੂੰ ਅੱਜ ਤੋਂ ਬਾਅਦ ਸਟੇਜ ਤੇ ਨਹੀਂ ਆਉਣਾ। ਗੁਰਨਾਮ ਸਿੰਘ ਚੜੂਨੀ ਹੁਣਾਂ ਨੇ ਵੀ ਮਿਸ਼ਨ ਪੰਜਾਬ ਸ਼ੁਰੂ ਕੀਤਾ ਹੋਇਆ ਹੈ। ਬੇਸ਼ੱਕ ਉਹ ਖੁਦ ਆਪਣੇ ਆਪ ਨੂੰ ਨੋਮੀਨੇਟ ਨਹੀਂ ਕਰ ਰਹੇ ਕਿਸੇ ਵੀ ਇਸ ਖੇਤਰ ਦੇ ਵਿੱਚ ਕਿਤੇ ਵੀ, ਤੇ ਕੀ ਲੱਗਦਾ ਹੈ ਕਿ ਉਹ ਇਸ ਤੋਂ ਆਪ ਨੂੰ ਪਾਸੇ ਰੱਖ ਰਹੇ ਨੇ, ਪਰ ਉਹਨਾਂ ਦੇ ਅੱਗੇ ਬੰਦੇ ਹੋ ਸਕਦਾ ਹੈ ਕਿ ਉਹਨਾਂ ਨੂੰ ਅਨਾਉਂਸ ਕਰ ਰਹੇ ਨੇ, ਫਿਰ ਉਹ ਇੱਥੇ ਬਣੇ ਰਹਿ ਸਕਦੇ ਨੇ ਐਸਕੇਐਮ ਦੇ ਵਿੱਚ? ਦੇਖੋ, ਕਲੀਅਰ ਕੱਟ ਹੈ। ਮੈਂ ਤਾਂ ਪਹਿਲਾਂ ਹੀ ਕਿਹਾ ਵੀ ਜੇ ਕਿਸਾਨ ਦਾ ਪੁੱਤ ਕਿਉਂ ਨਹੀਂ ਬੈਠ ਸਕਦਾ ਕੁਰਸੀ ਤੇ, ਇਹਨਾਂ ਨੇ ਕੋਈ ਰਜਿਸਟਰੀਆਂ ਕਰਾਈਆਂ। ਤਾਂ ਜੇ ਚੜੂਨੀ ਸਾਹਿਬ ਨਾਲ ਕੋਈ ਗੱਲ ਬੈਠ ਕੇ ਪੰਜਾਬ ਦੇ ਬੱਤੀਆਂ ਨਾਲ ਸੈਟਲਮੈਂਟ ਕੋਈ ਕਰਨਗੇ ਉਹ, ਤੇ ਪੰਜਾਬ ਦੇ ਵਿੱਚੋਂ ਕੋਈ ਲੜਨਾ ਚਾਹੁੰਦਾ ਹੋਊਗਾ ਸਾਡੇ ਬੱਤੀਆਂ 'ਚੋਂ ਵੀ, ਤੇ ਇਕੱਠੇ ਹੋ ਕੇ ਕਿਉਂ ਨਹੀਂ ਹੋ ਸਕਦਾ ਇਹ ਕੰਮ? ਇਸ ਕਰਕੇ ਉਹ ਕਰਨ ਇਕੱਠੇ ਹੋ ਕੇ, ਅਸੀਂ ਸਪੋਰਟ ਕਰਾਂਗੇ। ਠੀਕ ਹੈ, ਮੇਰੀ ਇੱਕ ਆਖਰੀ ਸਵਾਲ ਕਿ ਕੋਈ ਇਹੋ ਜਿਹੀ ਮੰਗ ਜਿਹਦੇ ਤੇ ਸਰਕਾਰ ਦੀ ਸਹਿਮਤੀ ਬਣਦੀ ਨਜ਼ਰ ਨਾ ਆਉਂਦੀ ਹੋਵੇ, ਤੁਹਾਡੇ ਜ਼ਿਹਨ 'ਚ ਹੋਵੇ ਜਾਂ ਤੁਸੀਂ ਕਿਤੇ ਪਹਿਲਾਂ ਕਹੀ ਹੋਵੇ, ਪਰਾਲੀ ਵਾਲੇ ਮੁੱਦੇ ਜਾਂ ਕੋਈ ਹੋਰ ਕੋਈ ਵੀ ਮੰਗ ਜਿਹਦੇ ਤੇ ਸਰਕਾਰ ਦੀ ਅਜੇ ਤੱਕ ਕੋਈ ਨੋਟੀਫਿਕੇਸ਼ਨ ਤੁਹਾਨੂੰ ਨਾ ਆਈ ਹੋਵੇ, ਕੋਈ ਇਹੋ ਜਿਹੀ ਮੰਗ ਰਹਿੰਦੀ ਹੋਵੇ? ਨਹੀਂ, ਦੇਖੋ, ਐਮਐਸਪੀ ਦਾ ਹੀ ਕੰਮ ਹੁਣ ਸਾਡਾ ਜਿਹੜਾ ਮੇਨ, ਬਾਕੀ ਤਾਂ ਮੰਗਾਂ ਤਾਂ ਸਾਡੀਆਂ ਚੱਲਦੀਆਂ ਹੀ ਰਹਿਣੀਆਂ। ਸਵਾਮੀਨਾਥਨ ਰਿਪੋਰਟ ਹੈ ਸਾਡੀ ਤਾਂ ਉਹ ਵੀ ਮੰਗ ਸੀ ਜਦੋਂ ਪੰਜਾਬ ਤੋਂ ਤੁਰੇ ਸੀ, ਉਹਨੂੰ ਅਜੇ ਵਿੱਚ ਹੀ ਛੱਡਿਆ ਆਪਾਂ, ਕਿਉਂਕਿ ਸੰਘਰਸ਼ ਮੈਂ ਪਹਿਲਾਂ ਹੀ ਕਿਹਾ ਕਿ ਥੱਕੀਆਂ ਫੌਜਾਂ ਨਾਲ ਮੋਰਚੇ ਨਹੀਂ ਜਿੱਤੇ ਜਾਂਦੇ। ਫੌਜ ਤਰੋ ਤਾਜ਼ਾ ਹੋਵੇ ਫਿਰ ਮੋਰਚਾ ਜਿੱਤਿਆ ਜਾਂਦਾ। ਜੰਗਾਂ ਜਿੱਤਣ ਵਾਸਤੇ ਫੌਜ ਨੂੰ ਰੈਸਟ ਦੀ ਵੀ ਲੋੜ ਹੈ। ਸੋ ਇੱਕ ਮੋਰਚਾ ਜਿੱਤ ਲਿਆ, ਜੇ ਕਹੋ ਵੀ ਇੱਕ ਪਾਸਿਓਂ ਜਿੱਤਦੇ ਹੀ ਤੁਰੇ ਜਾਣਾ, ਫੌਜਾਂ ਹਾਰ ਜਾਣਗੀਆਂ। ਤੇ ਜਫਾਰੀਆਂ ਫੌਜਾਂ ਨਾਲ, ਥੱਕੀਆਂ ਫੌਜਾਂ ਨਾਲ ਕਦੇ ਤੁਸੀਂ ਅਗਲੀਆਂ ਜਿੱਤਾਂ ਨਹੀਂ ਪ੍ਰਾਪਤ ਕਰ ਸਕਦੇ। ਸਾਡੀ ਇੱਕ ਫੇਜ਼ ਦੀ ਇਹ ਜਿੱਤ ਹੋਈ ਹੈ, ਅਗਲੇ ਫੇਜ਼ ਦੀ ਤਿਆਰੀ ਕਰਨੀ ਹੈ। ਅਗਲੇ ਫੇਜ਼ ਦੇ ਵਿੱਚ ਐਮਐਸਪੀ ਹੈ, ਸੈਕੰਡ ਐਮਐਸਪੀ ਦਾ ਫੇਜ਼ ਜਿੱਤ ਲਾਂਗੇ, ਤੀਜੇ ਫੇਜ਼ ਦੀ ਤਿਆਰੀ ਹੋਏਗੀ ਸਵਾਮੀਨਾਥਨ ਰਿਪੋਰਟ ਦੀ, ਉਹ ਜਿੱਤ ਲਾਂਗੇ। ਚੌਥੇ ਫੇਜ਼ ਦੀ ਤਿਆਰੀ ਹੋਏਗੀ ਪੂਰਨ ਕਰਜ਼ਾ ਮੁਕਤੀ ਰਾਹਤ ਬਿੱਲ। ਇਹ ਤੇ ਜੇ ਖੇਤੀ ਨੂੰ ਉੱਚਾ ਚੱਕਣਾ, ਖੇਤੀ ਦਾ ਮਿਆਰ ਉੱਚਾ ਚੱਕਣਾ, ਤੇ ਇਹ ਮੈਂ ਪਹਿਲਾਂ ਹੀ ਕਿਹਾ ਕਿ ਸੰਘਰਸ਼ ਨਹੀਂ ਖਤਮ ਹੋ ਰਿਹਾ, ਸੰਘਰਸ਼ ਜਾਰੀ ਰਹੇਗਾ। ਧਰਨਾ ਖਤਮ ਕਰ ਰਹੇ ਹਾਂ, ਫਿਰ ਧਰਨਾ ਲਾਵਾਂਗੇ, ਫਿਰ ਪ੍ਰਾਪਤੀ ਕਰਾਂਗੇ, ਫਿਰ ਧਰਨਾ ਖਤਮ ਕਰਕੇ ਜਾਵਾਂਗੇ, ਅਗਲੇ ਫੇਜ਼ ਦੀ ਲਈ ਫਿਰ ਤਿਆਰੀ ਕਰਕੇ ਆਵਾਂਗੇ। ਇਹ ਤਾਂ ਫੇਜ਼ ਦਰ ਫੇਜ਼ ਲੜਾਈ ਚੱਲੀ ਜਾਣੀ ਹੈ। ਸੋ ਫਿਰ ਅੰਮ੍ਰਿਤਸਰ ਨੂੰ ਵਾਪਸੀ ਹੋਏਗੀ ਦਰਬਾਰ ਸਾਹਿਬ ਨੂੰ? ਬਿਲਕੁਲ, ਅਸੀਂ ਇੱਥੋਂ ਕੱਲ ਬੈਠ ਕੇ ਅਸੀਂ ਪਲਾਨ ਕਰਾਂਗੇ ਹੁਣ ਸਾਰਾ ਕਿ ਇੱਥੋਂ ਵਾਪਸੀ ਕਿਸ ਤਰੀਕੇ ਦੀ ਹੋਏਗੀ, ਤੇ ਇੱਥੋਂ ਆਪਾਂ ਪਹਿਲਾਂ ਕਿੱਥੇ, ਕਿਉਂਕਿ ਸਾਡੇ ਜਦੋਂ ਅਸੀਂ ਜਾਂਦੇ ਹਾਂ ਮਾਝੇ ਔਰ ਦੁਆਬੇ ਵਾਲੇ ਮਾਲਵਾ ਤਾਂ ਥੋੜ੍ਹਾ ਭਾਵੇਂ ਇੱਧਰੋਂ ਉਰਿਓਂ ਮੁੜ ਜਾਵੇ, ਪਰ ਰਸਤੇ 'ਚ ਫਤਿਹਗੜ੍ਹ ਸਾਹਿਬ ਸਾਨੂੰ ਪਹਿਲਾਂ ਗੁਰੂ ਘਰ ਆਉਂਦੇ ਨੇ, ਤੇ ਅਸੀਂ ਆਉਂਦੇ ਹੋਏ ਵੀ ਉੱਥੇ ਰੁਕੇ ਸਾਂ। ਮੇਰੀ ਇਹ ਭਾਵਨਾ ਕਿ ਜਾਂਦੇ ਹੋਏ ਪਹਿਲਾਂ ਉੱਥੇ ਨਤਮਸਤਕ ਹੋਈਏ। ਸ਼ਹੀਦੀ ਦਿਨ ਵੀ ਆ ਚੁੱਕੇ ਨੇ, ਉੱਥੋਂ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਉਸ ਤੋਂ ਫਿਰ ਆਪਾਂ ਅੱਗੇ ਜਾਈਏ, ਤੇ ਫਿਰ ਅਸੀਂ ਹਰਿਮੰਦਰ ਸਾਹਿਬ ਜਾਈਏ। ਹੁਣ ਉਹ ਹਰਿਮੰਦਰ ਸਾਹਿਬ ਸਿੱਧੇ ਜਾਣਾ ਜਾਂ ਵਿੱਚ ਜਾਂ ਘੁੰਮ ਕੇ ਜਾਣਾ ਜਾਂ ਪਹਿਲਾਂ ਘਰਾਂ ਨੂੰ ਜਾਣਾ, ਤਾਂ ਫਿਰ ਕੋਈ ਦਿਨ ਮੁਕਰ ਕਰਕੇ ਜਾਣਾ, ਉਹ ਕੱਲ ਤੈਅ ਹੋਏਗਾ ਸਾਰਾ। ਅੱਜ ਜਾਣਾ ਹੈਗਾ ਸਾਰਿਆਂ ਨੇ, ਇਹ ਵੀ ਤੈਅ ਹੋ ਚੁੱਕਾ ਆ।
ਵਿੱਚ ਇਹ ਵੀ ਪਲਾਨ ਬਣਦਾ ਵੀ ਬਿਆਸ ਆਪਾਂ ਇਕੱਠੇ ਹੋਵਾਂਗੇ, ਮਾਝਾ ਮਾਲਵਾ ਦੁਆਬਾ, ਸੋ ਪੂਰਾ ਪੰਜਾਬ। ਪਰ ਹਜੇ ਉਹਦੇ ਲਈ ਤੈਅ ਨਹੀਂ ਪੂਰਾ ਹੋਇਆ ਫਾਈਨਲ ਵੀ ਕਿਸ ਦਿਨ ਦਾ ਪ੍ਰੋਗਰਾਮ ਹੋਏਗਾ, ਉਹ ਕੱਲ ਮੇਰੇ ਖਿਆਲ ਤੈਅ ਹੋ ਜਾਏਗਾ ਸਾਰਾ। ਸ਼ਾਇਦ ਲੱਗਦਾ ਨਹੀਂ ਕਿ ਦੁਨੀਆ ਦੇ ਵਿੱਚ ਬੜਾ ਵੱਡਾ ਇਤਿਹਾਸ ਲਿਖਿਆ ਜਾਣਾ ਆ। ਕਿਸਾਨੀ ਸੰਘਰਸ਼ ਦਾ ਤਾਂ ਹੈ ਹੀ ਹੈ, ਔਰ ਕਿਸਾਨ ਜਿਹੜੇ ਉੱਦਾਂ ਤਾਂ ਵੈਸੇ ਜਾਂਦੇ ਸੀਗੇ, ਪਰ ਮਾਝਾ ਮਾਲਵਾ ਦੁਆਬਾ ਇਕੱਤਰ ਹੋ ਕੇ ਇੱਕ ਜਗ੍ਹਾ ਤੇ ਫਿਰ ਰਵਾਨਗੀ ਪਾਉਣਗੇ ਔਰ ਜਿੱਤ ਦੇ ਨਿਸ਼ਾਨ ਲੈ ਕੇ ਜਾਣਗੇ। ਇਹ ਮੈਂ ਤਾਂ ਇਹੀ ਕਹਿੰਦਾ, ਇਸ ਅੰਦੋਲਨ ਦੀ ਇਹ ਵਿਲੱਖਣਤਾ ਹੈ। ਤੁਸੀਂ ਇੱਕ ਸਭ ਤੋਂ ਵੱਡੀ ਵਿਲੱਖਣਤਾ ਤਾਂ ਇਹ ਹੈ ਇਕੱਲਾ ਮਾਝਾ ਮਾਲਵਾ ਦੁਆਬਾ ਨਹੀਂ, ਇਹ ਤਾਂ ਪੰਜਾਬ ਦੀ ਗੱਲ ਕਰਦੇ ਨਾ ਆਪਾਂ। ਜਦੋਂ ਪੰਜਾਬ ਚਲੇ ਗਏ, ਇੱਥੋਂ ਜਦੋਂ ਤੁਰਨਾ ਹੈ, ਇੱਥੋਂ ਯੂਪੀ, ਹਰਿਆਣਾ, ਹਿਮਾਚਲ, ਉੱਤਰਾਖੰਡ, ਜਿਹੜੇ ਇੱਥੇ ਆ ਕੇ ਬੈਠੇ ਨੇ, ਜਿਹੜੇ ਤਾਮਿਲਨਾਡੂ ਵਾਲੇ ਵੀ ਆਏ ਹੋਏ ਨੇ, ਕੁਛ ਸਾਡੇ ਕੋਲ ਕੇਰਲਾ ਵਾਲੇ ਵੀ ਆਏ ਹੋਏ ਨੇ, ਉਹ ਆਪਣੇ ਆਪਣੇ ਘਰਾਂ ਨੂੰ ਸਾਰਿਆਂ ਨੇ ਚਾਲੇ ਪਾਉਣੇ ਨੇ। ਇੱਥੋਂ ਇੱਕੋ ਵਾਰੀ ਬਿਗਲ ਵਜਾਈਏ। ਔਰ ਇਸੇ ਤਰ੍ਹਾਂ ਜਿੱਲੇ ਜਾਵਾਂਗੇ ਤੇ ਮੇਰੇ ਖਿਆਲ ਦੇ ਵਿੱਚ ਜਿਵੇਂ ਹਰਿਆਣੇ ਵਾਲਿਆਂ ਨੇ ਕਿਹਾ ਕਿ ਅਸੀਂ ਰਸਤੇ ਦੇ ਵਿੱਚ ਤੁਹਾਡਾ ਕਈ ਜਗ੍ਹਾ ਸਵਾਗਤ ਕਰਨਾ ਚਾਹੁੰਦੇ, ਵੱਡੇ ਭਰਾ ਦਾ, ਪੰਜਾਬ ਨੂੰ ਵੱਡਾ ਭਰਾ ਮੰਨਦੇ ਆ। ਉਹ ਕਹਿੰਦੇ ਅਸੀਂ ਫੁੱਲਾਂ ਦੀ ਵਰਖਾ ਕਰਾਂਗੇ। ਦਿੱਲੀ ਜਾਂਦਿਆਂ ਵੀ ਫੁੱਲਾਂ ਦੀ ਵਰਖਾ ਕਿਤੇ ਹੋਈ ਸੀਗੀ, ਬਿਲਕੁਲ ਜਦੋਂ 26 ਜਨਵਰੀ ਨੂੰ ਗਏ। ਬਿਲਕੁਲ ਬਿਲਕੁਲ। ਤੇ ਉਹ ਸਾਰਿਆਂ ਦੀ ਭਾਵਨਾ ਇਸ ਤਰ੍ਹਾਂ, ਤੇ ਉਹ ਭਾਵਨਾ ਮੁਤਾਬਕ ਪੰਜਾਬ ਵਾਲੇ ਵੀ ਕਰਨਾ ਚਾਹੁੰਦੇ ਨੇ। ਸੋ ਉਹ ਜਿਹੜੀ ਵਾਹਿਗੁਰੂ ਦੀ ਕਿਰਪਾ ਹੋਏਗੀ, ਇੱਕ ਮਾਹੌਲ ਇੱਦਾਂ ਦਾ ਸਿਰਜਿਆ ਜਾਏਗਾ, ਇੱਕ ਪਿਆਰ ਬਣ ਗਿਆ। ਅੱਜ ਉਹ ਜਿਹੜੀਆਂ ਤੰਦਾਂ ਜੁੜ ਗਈਆਂ ਪਿਆਰ ਦੀਆਂ, ਹਰਿਆਣੇ ਦੀਆਂ, ਉੱਤਰਾਖੰਡ ਦੀਆਂ, ਪੂਰੇ ਭਾਰਤ ਦੇ ਲੋਕਾਂ ਦੀਆਂ। ਮੈਂ ਪਰਸੋਂ ਸਟੇਜ ਤੇ ਸੀਗਾ ਤੇ ਉਹ ਤਾਮਿਲਨਾਡੂ ਵਾਲੇ ਸਾਨੂੰ ਨਾਰੀਅਲ ਦੇ ਜਿਹਦੇ ਬੂਟੇ ਦੇ ਕੇ ਗਏ ਨੇ, ਨਾਰੀਅਲ ਦੇ ਬੂਟੇ ਦੇ ਕੇ ਗਏ ਨੇ। ਤੁਸੀਂ ਉਹ ਵੇਖੋ, 3-4 ਦਿਨ ਹੋ ਗਏ ਉਦੋਂ ਆਏ ਸਨ, ਉਹ ਦੇ ਕੇ ਗਏ। ਉਹ ਇੱਕ ਅਸੀਂ ਲਿਜਾ, ਮੈਂ ਉਹ ਭੇਜਿਆ ਕਰ ਵੀ ਇਸ ਬੂਟੇ ਨੂੰ ਲਾਓ, ਇਹਦਾ ਪਾਲਣ ਪੋਸ਼ਣ ਕਰਨਾ, ਇਹ ਯਾਦਗਾਰ ਬਣੇਗਾ ਨਾਰੀਅਲ ਦਾ ਬੂਟਾ। ਵੀ ਉਸ ਅੰਦੋਲਨ 'ਚ ਤਾਮਿਲਨਾਡੂ ਵਾਲੇ ਵੀ ਦੇ ਕੇ ਗਏ ਸੀ। ਉਹ ਤੰਦਾਂ ਜੁੜ ਗਈਆਂ। ਇੱਕ ਇਸ ਮਾਹੌਲ ਨੇ, ਇੱਕ ਅੰਦੋਲਨ ਨੇ ਇੱਕ ਮਾਹੌਲ ਸਿਰਜਿਆ। ਰੁੱਖ ਸਦਾ ਰਹਿੰਦੇ ਨੇ, ਰੁੱਖ ਸਦਾ ਰਹਿੰਦੇ ਨੇ। ਇੱਕ ਮਾਹੌਲ ਸਿਰਜਿਆ ਕਿ ਜਿਹੜਾ ਭਾਰਤ ਅੱਗੇ ਲੋਕਤੰਤਰ, ਅਸਲੀ ਲੋਕਤੰਤਰ ਇਸ ਅੰਦੋਲਨ ਨੇ ਕਾਇਮ ਕੀਤਾ। ਇਹਨੀ ਤਾਂ ਵੰਡ ਕੇ ਰੱਖਤਾ ਸੀ ਪੋਲੀਟੀਕਲ ਲੋਕਾਂ ਨੇ, ਲੋਕਤੰਤਰ ਦਾ ਘਾਣ ਕਰਤਾ ਸੀ ਇਹਨਾਂ ਨੇ ਵੰਡੀਆਂ ਪਾਤੀਆਂ ਸੀ, ਲੋਕਾਂ ਦੇ ਵਿੱਚ ਨਫ਼ਰਤਾਂ ਪੈਦਾ ਕਰਤੀਆਂ ਸੀ। ਇਸ ਅੰਦੋਲਨ ਨੇ ਇੱਕ ਸੁਹਿਰਦ ਇੱਦਾਂ ਦਾ ਮਾਹੌਲ ਬਣਾਇਆ, ਇੱਦਾਂ ਦਾ ਮਾਹੌਲ ਸਿਰਜ ਦਿੱਤਾ ਕਿ ਅੱਜ ਲੋਕ ਗਲੇ ਲਾ ਕੇ। ਬਿਲਕੁਲ। ਮੇਰੀ ਇੱਕ ਸਵਾਲ ਅਸੀਂ ਲਾਸਟ 'ਚ ਜ਼ਰੂਰ ਪੁੱਛਾਂਗੇ, ਪਰ ਇੱਕ ਸਵਾਲ ਇੱਦਾਂ ਦਾ ਹੈ ਵੀ ਇਸ ਅੰਦੋਲਨ ਦੀ ਦੇਣ ਜਿੱਥੇ ਕਿਤੇ ਜਿੱਤ ਦੀ ਰਹੀ ਹੈ, ਉੱਥੇ ਨਾਲ ਦੀ ਨਾਲ ਜਿਵੇਂ ਤੁਸੀਂ ਸਾਂਝ ਦੀ ਗੱਲ ਕਰ ਰਹੇ ਹੋ, ਕੀ ਪ੍ਰਾਪਤੀਆਂ ਜਿਹੜੀਆਂ ਸੀ, ਜੇ ਗਿਣੀਏ ਉਂਗਲਾਂ ਤੇ, ਤਾਂ ਕਿੰਨੀਆਂ ਕੁ ਪ੍ਰਾਪਤੀਆਂ ਇਸ ਅੰਦੋਲਨ ਦੀਆਂ ਹੋਈਆਂ? ਭਾਈਚਾਰਕ ਸਾਂਝ ਦੀਆਂ ਜੇ ਅਸੀਂ ਗੱਲ ਕਰੀਏ, ਜੇ ਅਸੀਂ ਇੱਕ ਦੂਜੇ ਦੇ ਸੱਭਿਆਚਾਰ ਦੀ ਗੱਲ ਕਰੀਏ, ਜੇ ਅਸੀਂ ਲੋਕਾਂ ਦੇ ਆਪਸੀ ਪਿਆਰ ਦੀ, ਜਾਤ ਪਾਤ ਨੂੰ ਛੱਡਣ ਦੀ, ਜੋ ਪੰਜਾਬ ਦੇ ਵਿੱਚ ਸੀਗਾ, ਜੋ ਗੁਰੂਆਂ ਨੇ ਦਿੱਤਾ ਸੀਗਾ ਸਾਨੂੰ। ਅਸੀਂ ਸੁਣਦੇ ਸੀਗੇ, ਕਈਆਂ ਕੋਲੋਂ ਸੁਣ ਰਹੇ ਹਾਂ ਹੁਣ ਵੀ, ਕਿ ਜਿਵੇਂ ਕੁਝ ਸਟੇਟਾਂ ਦੇ ਵਿੱਚ ਇੱਦਾਂ ਹੈ ਕਿ ਨੀਵੀਂ ਜਾਤੀ ਵਾਲੇ ਨੂੰ ਬਹੁਤ ਮਾੜਾ ਸਮਝਿਆ ਜਾਂਦਾ, ਲਾਗੇ ਬਿਠਾ ਕੇ ਪ੍ਰਸ਼ਾਦਾ ਨਹੀਂ ਛਕਾਇਆ ਜਾਂਦਾ, ਪਰੰਤੂ ਜਦੋਂ ਪੰਜਾਬ ਦੇ ਲੋਕਾਂ ਨੂੰ ਦੇਖਿਆ ਤਾਂ ਕਿਤੇ ਨਾ ਕਿਤੇ ਉਹਨਾਂ ਨੇ ਵੀ ਉਸੇ ਹੀ ਤਰੀਕੇ ਦੇ ਨਾਲ ਆਪਣੇ ਨਾਲ ਬਿਠਾ ਕੇ ਲੰਗਰ ਛਕਾਉਣਾ ਸ਼ੁਰੂ ਕੀਤਾ ਜੋ ਸਾਡੇ ਗੁਰੂਆਂ ਨੇ ਦਿੱਤਾ ਸੀ। ਕਿੱਦਾਂ ਦੇਖਦੇ ਹੋ ਕਿ ਕੀ ਪ੍ਰਾਪਤ ਕਰਕੇ ਚੱਲੇ? ਬੇਸ਼ੁਮਾਰ ਪ੍ਰਾਪਤੀਆਂ ਨੇ ਇਸ ਅੰਦੋਲਨ ਦੀਆਂ, ਬੇਸ਼ੁਮਾਰ। ਪਹਿਲੀ ਪ੍ਰਾਪਤੀ, ਮੈਂ ਸਟੇਜਾਂ ਤੋਂ ਬੋਲਦਾ ਰਿਹਾ, ਪਹਿਲੀ ਪ੍ਰਾਪਤੀ ਤਾਂ ਇਹ ਹੈ ਕਿ ਸਰਕਾਰ ਨੇ ਪੰਜਾਬ ਨੂੰ ਬਦਨਾਮ ਕਰਤਾ ਸੀ, ਇੱਕ ਅੱਤਵਾਦੀ ਦੀ ਸ਼ਕਲ ਬਣਾ ਕੇ ਰੱਖਤਾ ਪੰਜਾਬ ਨੂੰ ਜੀ। ਹਾਲਾਂਕਿ ਉਹ ਸੰਤ ਜਰਨੈਲ ਸਿੰਘ ਉਹਨਾਂ ਦੀ ਹੱਕਾਂ ਦੀ ਮੰਗ ਸੀ, ਅੱਜ ਉਹੀ ਮੰਗਦੇ ਫਿਰਦੇ ਆਪਾਂ। ਅਨੰਦਪੁਰ ਵਾਲੇ ਮਤੇ ਦੇ ਵਿੱਚ ਇਹੀ ਮੰਗ ਮੇਨ ਸੀ ਕਿ ਰਾਜ ਦਾ ਜਿਹੜਾ ਹੈਗਾ ਉਹਨੂੰ ਹੱਕ, ਉਹ ਜ਼ਰੂਰ ਸੂਬੇ ਦੇ ਹੱਕ ਆ, ਸੂਬੇ ਦੇ ਅਧਿਕਾਰਾਂ ਦੇ ਵਿੱਚ ਕੋਈ ਸਰਕਾਰ ਖਲਲ ਨਾ ਪਾਵੇ, ਸੂਬੇ ਦੇ ਹੱਕਾਂ ਦੀ ਗੱਲ ਸੀ। ਸੋ ਮੈਂ ਇਹ ਕਹਾਂਗਾ ਵੀ ਉਹ ਜਿਹੜੀ ਸੂਬੇ ਦੇ ਹੱਕਾਂ ਦੀ ਗੱਲ, ਅੱਜ ਉਹੀ ਮੰਗ ਅਸੀਂ ਲੈ ਕੇ ਆਏ। ਫਿਰ ਅੱਜ ਮੈਂ ਸਮਝਦਾ ਕਿ ਵੱਡੀ ਪ੍ਰਾਪਤੀ ਇਹ ਹੋਈ ਹੈ, ਵੱਡੀ ਪ੍ਰਾਪਤੀ ਇਹ ਹੋਈ ਹੈ ਕਿ ਸਾਡੀ ਕੌਮ ਦਾ ਉਹ ਜਿਹੜਾ ਸਾਡੇ ਤੇ ਦਾਗ ਲਾਇਆ ਗਿਆ ਸੀ, ਸਾਡੀ ਕੌਮ ਦਾ ਸਿਰ ਉੱਚਾ ਹੈ, ਉਹ ਦਾਗ ਧੋਇਆ ਗਿਆ। ਦੂਜਾ ਦਾਗ ਸਰਕਾਰ ਨੇ ਲਾਇਆ ਜਦੋਂ ਚਿੱਟਾ ਕਰਕੇ ਇੱਥੇ ਫਿਲਮਾਂ ਵੀ ਬਣਾਤੀਆਂ, ਉੜਤਾ ਪੰਜਾਬ ਵਰਗੀਆਂ, ਨਸ਼ੇੜੀ ਪੰਜਾਬ ਬਣਾ ਕੇ ਰੱਖਤਾ, ਉਹ ਦਾਗ ਧੋਇਆ। ਤੀਜਾ, ਸਾਡੀ ਕੌਮ ਜਿਹੜੀ ਹੈ ਉਹ ਪੂਰੇ ਵਰਲਡ ਦੇ ਵਿੱਚ ਪਹਿਚਾਣ ਬਣ ਗਈ ਉਹਦੀ। ਹਾਲਾਂਕਿ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ, ਮੇਰਾ ਬੇਟਾ ਗਿਆ ਐਜੂਕੇਸ਼ਨ ਲਈ ਕੈਨੇਡਾ, ਤੇ ਉੱਥੇ ਉਹ ਕਹਿੰਦੇ ਸਨ, ਇਹਨਾਂ ਨੂੰ ਪੁੱਛਦੇ ਸਨ ਤੁਸੀਂ ਪਾਕੀ ਹੋ, ਮਤਲਬ ਪਾਕਿਸਤਾਨ ਦੇ, ਕਿਉਂਕਿ ਉਹ ਵੀ ਦਸਤਾਰ ਸਿਉਂਦੇ ਨੇ, ਉਹਨੇ ਦਸਤਾਰ ਹੋਰ ਢੰਗ ਦੀ ਆ ਥੋੜ੍ਹੀ, ਤੇ ਉਹ ਇਹ ਪਾਕੀ ਹੋ ਤੁਸੀਂ। ਪਰ ਅੱਜ ਪੂਰੇ ਵਰਲਡ ਨੂੰ ਪਤਾ ਲੱਗ ਗਿਆ ਕਿ ਸਿੱਖ ਕੌਮ ਉਹ ਹੈ ਜਿਹੜੀ ਪੰਜਾਬ 'ਚ ਹਜੇ, ਜਿਹੜੇ ਭਾਰਤ ਦੇ ਵਿੱਚ ਅੰਦੋਲਨ 'ਚ ਬੈਠੇ ਨੇ, ਇਹ ਉਹ ਕੌਮ ਹੈ। ਪੂਰੇ ਵਰਲਡ 'ਚ ਸਾਡੀ ਪਹਿਚਾਣ ਬਣੀ ਹੈ। ਫਿਰ ਇਹਦੀ ਇਹ ਪ੍ਰਾਪਤੀ ਹੈ
ਕਿ ਇਹ ਕੌਮ ਉਹ ਹੈ ਕੁਰਬਾਨੀਆਂ ਵਾਲੀ, ਜਜ਼ਬੇ ਵਾਲੀ, ਜਿਹੜੀ ਆਪ ਵੀ ਲੰਗਰ ਛਕਦੀ ਹੈ, ਲੋਕਾਂ ਨੂੰ ਵੀ ਛਕਾਉਂਦੀ ਹੈ। ਨੰਗੇ ਪਿੰਡੇ ਤੇ ਕੱਪੜਾ ਪਾਉਂਦੀ ਹੈ, ਭੁੱਖੇ ਦਾ ਢਿੱਡ ਭਰਦੀ ਹੈ, ਮਰਦਿਆਂ ਨੂੰ ਸਾਹ ਦਿੰਦੀ ਹੈ। ਇਹ ਪ੍ਰਾਪਤੀ ਹੋਈ ਵੱਡੀ। ਫਿਰ ਮੈਂ ਕਹਾਂਗਾ ਕਿ ਜਿਹੜੀ ਸਰਕਾਰ ਨੇ ਵੰਡੀਆਂ ਪਾ ਕੇ ਰੱਖੀਆਂ ਸੀ ਪੰਜਾਬ ਹਰਿਆਣੇ 'ਚ, ਇਸ ਅੰਦੋਲਨ ਨੇ ਇਕੱਠੇ ਕਰਤੇ, ਭਰਾ ਬਣਾਤੇ। ਛੋਟਾ ਭਾਈ ਕਹਿੰਦੇ ਪਾਣੀ ਲੈਣਾ ਹੀ ਨਹੀਂ ਅਸੀਂ, ਉਹ ਕਹਿੰਦੇ ਸਾਨੂੰ ਪਾਣੀ ਦੀ ਲੋੜ ਨਹੀਂ, ਸਾਡਾ ਭਰਾ ਮਿਲ ਗਿਆ ਸਾਨੂੰ ਵੱਡਾ। ਇੱਕ ਇੱਕ ਪ੍ਰਾਪਤੀ ਦੱਸਣ ਲੱਗਾਂਗੇ ਬਹੁਤ ਟਾਈਮ ਲੱਗੇਗਾ। ਇੰਨੀਆਂ ਕੁ ਪ੍ਰਾਪਤੀਆਂ ਨੇ। ਮੇਰੀ ਭੈਣਾਂ ਨੇ ਅੱਜ ਮੈਨੂੰ ਕਿਹਾ, ਉੱਥੇ ਅੰਦਰ ਮੈਂ ਤੁਹਾਨੂੰ ਦੱਸਿਆ, ਉਹ ਮਦਰਾਸ ਤੋਂ, ਉਹਨਾਂ ਨੇ ਮੈਨੂੰ ਕਿਹਾ, तमिलनाडु ਤੋਂ, ਉਹਨਾਂ ਨੇ ਮੈਨੂੰ ਕਿਹਾ भाई आप गर्म मत हो, पूरे देश के लोग देख रहे हैं कि ये जो सिख हैं, ये किसान, इसने पूरे देश को जगाया है। बड़ा बड़िया प्राप्तियां ने साडी कौम वास्ते, फकर की गल हुई है। और ये प्राप्ति हुई है कि ये उस इतिहास के वारस ने जिन्हां ने तत्तियां तबियां ते बैठे, सिरां तत्ती रेत पवाई, सिर कलम करा ले और आरियां नाल सीस चरा ले, पर अपना सिदक नहीं हारे। ਤੇ ਅੱਜ ਇਸ ਅੰਦੋਲਨ ਨੇ ਵੀ ਦੱਸਤਾ ਕਿ ਸਬਰ ਤੇ ਸਿਦਕ ਉਹੀ ਵਾਲਾ ਖੜਾ ਇਹਨਾਂ ਦੇ ਵਿੱਚ। ਇਹ ਉਹਦੇ ਉਸੇ ਕੌਮ ਦੇ ਵਾਰਸ ਨੇ। ਇਹ ਵੱਡੀਆਂ ਪ੍ਰਾਪਤੀਆਂ ਨੇ ਇਸ ਅੰਦੋਲਨ ਦੀਆਂ, ਬੇਸ਼ੁਮਾਰ ਪ੍ਰਾਪਤੀਆਂ। ਅੱਜ ਕਿਸਾਨ ਬੈਠੇ ਵੀ ਉੱਥੇ ਨੇ ਜਿੱਥੇ ਭਾਈ ਜੈਤਾ ਜੀ ਸੀਸ ਲੈ ਕੇ ਇਸੇ ਹੀ ਰਸਤੇ ਗੁਜ਼ਰਦੇ ਨੇ, ਔਰ ਇਹ ਸ਼ਾਹੀ ਉਹੀ ਮਾਰ ਗਿਆ ਪੁਰਾਤਨ ਜਿਹੜਾ ਆ। ਸੋ ਕੀ ਲੱਗਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ ਜਿੱਥੇ ਬਿੱਲ ਰੱਦ ਹੁੰਦੇ ਨੇ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਵਾਲੇ ਦਿਨ SKM ਇਹ ਫੈਸਲਾ ਲੈ ਲੈਂਦਾ ਹੈ ਕਿ ਹਾਂ ਸਾਨੂੰ ਇਹ ਮਨਜ਼ੂਰ ਹੈ, ਸਰਕਾਰ ਦੇ ਨਾਲ ਸਾਡੀ ਸਹਿਮਤੀ ਬਣ ਗਈ ਹੈ, ਬਸ ਇੱਕ ਲਿਖਤ ਰੂਪ ਰਹਿ ਗਿਆ। ਕੀ ਲੱਗਦਾ ਹੈ ਕਿ ਗੁਰੂ ਪਾਤਸ਼ਾਹ ਜੀ ਦੀ ਕਿੰਨੀ ਕੁ ਬਖਸ਼ਿਸ਼ ਰਹੀ ਹੈ ਇਸ ਅੰਦੋਲਨ ਦੇ ਉੱਪਰ? ਮੈਂ ਕਹਾਂਗਾ ਪੂਰੀ ਬਖਸ਼ਿਸ਼ ਹੀ ਉਹਨਾਂ ਦੀ ਰਹੀ ਹੈ। ਅਸੀਂ ਤਾਂ, ਮੈਂ ਤਾਂ ਇਸ ਗੱਲ ਨੂੰ ਚੈੱਕ ਕਰਦਾ ਰਿਹਾ ਜੀ। ਮੈਂ ਤਾਂ ਕਹੂੰਗਾ ਸਾਖਸ਼ਾਤ ਦੇਖਿਆ ਵੀ 26 ਨੂੰ ਜੋ ਅੰਦੋਲਨ ਦੇ ਵਿੱਚ ਹਿਲਜੁਲ ਹੋਈ, ਉਹਨੂੰ ਕਿੱਦਾਂ ਅਕਾਲ ਪੁਰਖ ਨੇ ਸੰਭਾਲਿਆ। ਉਹ ਟਕੈਤ ਦਾ ਰੋਣਾ, ਲੋਕਾਂ ਦਾ ਚੜ ਕੇ ਆ ਜਾਣਾ, ਇਹ ਬਾਬੇ ਨਾਨਕ ਦੀ ਕਿਰਪਾ ਸਾਰੀ ਉਹਨੇ ਖੇਲ ਰਚਾਇਆ। ਐ ਨਹੀਂ ਟਕੈਤ ਸਾਹਿਬ ਵੀ ਪਰਸੋਂ ਚੌਥ ਜਾ ਕੇ ਆਏ ਹਰਿਮੰਦਰ ਸਾਹਿਬ, ਉਹਨਾਂ ਨੂੰ ਪਤਾ ਹੈ ਵੀ ਉੱਥੇ ਵੀ ਕੌਣ ਸੀ, ਟਕੈਤ ਸਾਹਿਬ ਦੇ ਨਾਲ ਕੌਣ ਖੜਾ ਸੀ ਉਸਲੇ, ਸਿੱਖ ਭਾਈਚਾਰਾ ਖੜਾ ਸੀ ਸਾਰਾ। ਉਹਨਾਂ ਨੇ ਕਿਹਾ ਵੀ ਅਸੀਂ ਮਰ ਜਾਣਾ, ਨਹੀਂ ਪਿੱਛੇ ਹਟਣਾ। ਇਸ ਕੌਮ ਤੇ ਉਸ ਗੁਰੂ ਦਾ ਥਾਪੜਾ ਹੈ। ਔਰ ਮੈਂ ਤੁਹਾਨੂੰ ਕਈ ਗੱਲਾਂ ਦੱਸਾਂਗਾ ਇੱਦਾਂ ਦੀਆਂ, ਤਾਂ ਲੰਬਾ ਸਮਾਂ ਲੰਘ ਜੂ। ਤੇ ਸਾਖਸ਼ਾਤ ਜਿਹੜੀ ਚੀਜ਼ ਅਸੀਂ ਚਾਹੁੰਦੇ ਸਾਂ ਖਾਣ ਨੂੰ, ਉਹ ਪਹਿਲਾਂ ਲੋਕ ਇੱਥੇ ਵੰਡਦੇ ਲੰਘਦੇ ਸਨ। ਐ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਰਹੀ। ਤੁਸੀਂ ਮੂੰਹੋਂ ਕੱਢੋ ਸ਼ਬਦ ਹਾਜ਼ਰ ਹੋ ਜਾਂਦਾ ਸੀ। ਫਿਰ ਜਿੰਨੀ ਵਾਰੀ ਅੰਦੋਲਨ 'ਚ ਗਿਰਾਵਟ ਆਈ, ਅਕਾਲ ਪੁਰਖ ਨੇ, ਮੈਂ ਜਿਵੇਂ ਕਹਿੰਦਾ 26 ਨੂੰ ਸੰਭਾਲਿਆ। 26 ਨੂੰ ਸੰਭਾਲਣ ਤੋਂ ਬਾਅਦ ਆ ਤੁਸੀਂ ਦੇਖ ਲਓ, ਲਖੀਮਪੁਰ ਖੀਰੀ ਤੋਂ ਬਾਅਦ ਜਦੋਂ ਇੱਥੇ ਫਿਰ ਦੁਬਾਰਾ ਕੁਝ ਹਾਲਾਤ ਇਦਾਂ ਦੇ ਵਿਗੜੇ, ਜਦੋਂ ਬੇਅਦਬੀ ਵਾਲਾ ਮਸਲਾ ਹੋਇਆ, ਤੇ ਸਰਕਾਰ ਉਹਨੂੰ ਹੋਰ ਰੰਗਤ ਦੇਣਾ ਚਾਹੁੰਦੀ ਸੀ। ਸਰਕਾਰ ਨੇ ਬੜਾ ਹਾਈਲਾਈਟ ਉਹਨੂੰ 2-3 ਦਿਨ ਤਾਂ ਐਂ ਬਣਾਤਾ ਵੀ ਇਹ ਤਾਂ ਤਾਲਿਬਾਨੀਆਂ ਨੂੰ ਉੱਪਰ ਦੀ ਨੇ। ਪਰ ਜਦੋਂ ਸਰਕਾਰ ਦੇ ਨਾਲ ਹੀ ਫੋਟੋਆਂ ਆਉਣੀਆਂ ਸ਼ੁਰੂ ਹੋ ਗਈਆਂ, ਫਿਰ ਸਰਕਾਰ ਦੀ ਆਪਣੀ ਬੋਲਤੀ ਬੰਦ ਹੋ ਗਈ ਨਾ। ਵੀ ਸਰਕਾਰ ਤਾਂ ਫਿਰ ਉਹਨਾਂ ਦੇ ਤੁਸੀਂ ਨਾਲ ਬੈਠੇ ਹੋ। ਮੈਂ ਉਹਨਾਂ ਨੂੰ ਦੋਸ਼ੀ ਨਹੀਂ ਕਹਿੰਦਾ, ਫੋਟੋ ਕਿਸੇ ਦੀ ਵੀ ਕਿਸੇ ਨਾਲ ਹੋ ਸਕਦੀ ਹੈ, ਪਰ ਸਰਕਾਰ ਦਾ ਚਿਹਰਾ ਤਾਂ ਸਾਹਮਣੇ ਆ ਗਿਆ ਨਾ ਵੀ ਸਰਕਾਰ ਨਾਲ ਹੈ। ਤੇ ਫਿਰ ਸਰਕਾਰ ਚੁੱਪ ਕਰ ਗਈ, ਉਹਨਾਂ ਦਾ ਗੋਦੀ ਮੀਡੀਆ ਵੀ ਚੁੱਪ ਕਰ ਗਿਆ। ਇਹ ਬਾਬੇ ਨਾਨਕ ਦੀ ਕਲਾ ਹੈ ਸਾਰੀ। ਉਹਨੇ ਇਹਦੇ ਵਿੱਚ, ਮੈਂ ਬਹੁਤ ਵਾਰ ਕਿਹਾ ਸਟੇਜ ਤੋਂ, ਇੱਥੇ ਚਿੱਟੇ ਹੋ ਕੇ ਨਿਕਲਣੇ, ਕਾਲੇ ਹੋ ਕੇ ਨਿਕਲਣੇ। ਇਸ ਅੰਦੋਲਨ 'ਚੋਂ ਬਹੁਤ ਕੁਝ ਕਈ ਆਪਣੀ ਮਨਸ਼ਾ ਨਾਲ ਇੱਦਾਂ ਵੀ ਆਏ ਵਿੱਚ ਹੋਰ ਪ੍ਰਾਪਤੀਆਂ ਕਰਕੇ ਜਾਈਏ, ਪਰ ਸਾਰੇ ਮਾਲਕ ਨੇ ਐ ਧੋ ਕੇ ਰੱਖ ਦਿੱਤੇ। ਸਾਰੇ ਚਿੱਟੇ ਹੋ ਕੇ ਨਿਕਲਣੇ, ਕਾਲੇ ਹੋ ਕੇ ਨਿਕਲਣੇ। ਉਹਦੀ ਅਪਾਰ ਕਿਰਪਾ ਵੀ। ਮਨਜੀਤ ਰਾਏ ਜੀ, ਬਿਲਕੁਲ ਪਰਮਾਤਮਾ ਨੇ ਬੜੀ ਬਖਸ਼ਿਸ਼ ਕੀਤੀ ਹੈ। ਕਿਤੇ ਨਾ ਕਿਤੇ ਇੱਕ ਚਿੱਠੀ ਵੀ ਲਿਖ ਦਿੱਤੀ ਗਈ ਸੀ ਕਿ ਕਿਸਾਨ ਆਗੂਆਂ ਦੇ ਵੱਲੋਂ, ਜਾਂਦੇ ਜੇ ਅਸੀਂ ਉਹਦੇ ਤੇ ਵੀ ਡਿਸਕਸ ਕਰ ਲਈਏ, ਹਾਲਾਂਕਿ ਨਰਿੰਦਰ ਮੋਦੀ ਜੀ ਹੋਣਾ ਨੇ ਤਿੰਨੇ ਕਾਨੂੰਨ ਜਿਹੜੇ ਉਹ ਰੱਦ ਕਰ ਦਿੱਤੇ ਨੇ। ਨਹੀਂ, ਚਿੱਠੀ ਕੋਈ ਨਹੀਂ ਲਿਖੀ, ਚਿੱਠੀ ਗੁੰਮਰਾਹ ਕੀਤਾ ਗਿਆ। ਮੈਨੂੰ ਵਿਖਾਓ ਚਿੱਠੀ ਕਿੱਥੇ ਉਹ ਚਿੱਠੀ ਤੇ ਕਿਸੇ ਦੇ ਕੋਈ ਸਾਈਨ ਹੈਗੇ? ਸਰਕਾਰ ਦੀਆਂ ਤੇ ਪਾਲਿਸੀਆਂ ਰਹੀਆਂ ਕਿ ਝੂਠੀਆਂ ਮੂਠੀਆਂ ਚਿੱਠੀਆਂ ਲਿਖ ਕੇ ਤੇ ਕਿਸਾਨਾਂ ਨੂੰ ਬਦਨਾਮ ਕਰੋ, ਇਹਨਾਂ ਨੂੰ ਪਾੜੋ। ਜੇ ਕਿਸੇ ਚਿੱਠੀ ਤੇ ਸਾਈਨ ਕਾਪੀ ਕੋਈ ਹੈਗੀ ਹੈ ਤਾਂ ਮੈਨੂੰ ਵਿਖਾ ਦੇਵੇ, ਮੈਂ ਫਿਰ ਮੰਨਾਂਗਾ, ਕਿਉਂਕਿ ਮੈਂ ਵਿਚ ਰਿਹਾ। ਮੈਨੂੰ ਪਤਾ ਹੈ ਚਰਚਾਵਾਂ ਸਾਡੀਆਂ ਬਹੁਤ ਤਰ੍ਹਾਂ ਦੀਆਂ ਹੋ ਸਕਦੀਆਂ, ਵਿਚਾਰ ਅਲੱਗ-ਅਲੱਗ ਹੋ ਸਕਦੇ ਆ, ਪਰ ਕਿਸੇ ਨੇ ਚਿੱਠੀ ਨਹੀਂ ਭੇਜੀ ਸਰਕਾਰ ਨੂੰ। ਗਲਤ ਇਹ ਲੋਕਾਂ ਨੇ ਪ੍ਰਚਾਰ ਕੀਤਾ ਔਰ ਗਲਤ ਗਾਈਡ ਦੇਣਾ ਸ਼ੁਰੂ ਕੀਤਾ। ਗਲਤ ਨਾਂ ਲੈ ਕੇ ਇੱਕ ਦੂਜੇ ਨੂੰ ਬਦਨਾਮ ਕਰਨ ਦੀ ਗੱਲ ਹੈ। ਇੱਥੇ ਓੜ ਲੱਗ ਗਈ ਵੀ ਮੈਂ ਉਹਨੂੰ ਨੀਚਾ ਸੁੱਟਾਂ ਤਾਂ ਮੈਂ ਤਾਂ ਹਾਂ ਹੋ ਜਾਵਾਂ। ਇਸ ਓੜ 'ਚ ਜਿਹੜੇ ਲੋਕ ਗਏ ਨੇ, ਫਿਰ ਮੈਂ ਕਹੂੰਗਾ ਉਹਨਾਂ ਦੇ ਮਨ 'ਚ ਬੇਈਮਾਨੀ ਹੈ। ਪਰ ਅੰਦੋਲਨ ਦੇ 32 ਦੇ 32 ਕੋਰੇ ਨੇ, ਕਿਸੇ ਨੇ ਬੇਈਮਾਨੀ ਨਹੀਂ ਕੀਤੀ। ਸੋ
ਬਹੁਤ ਜੇ ਅਸੀਂ ਗੱਲ ਕਰਦੇ ਹਾਂ ਤਾਂ ਕਿਸਾਨ ਅੰਦੋਲਨ ਦੇ ਦੌਰਾਨ ਬਹੁਤ ਉਤਰਾਅ ਚੜ੍ਹਾਅ ਆਏ ਨੇ। ਆਖਿਰ ਨੂੰ ਕਿਸਾਨ ਜਿਹੜੇ ਨੇ ਆਪਣੀ ਜੰਗ ਉਹ ਜਿੱਤ ਚੁੱਕੇ ਨੇ। ਬੇਸ਼ੱਕ ਛੋਟੇ-ਮੋਟੇ ਜਿਹੜੇ ਮਸਲੇ ਆ ਉਹਨਾਂ ਦੇ ਉੱਪਰ ਸਹਿਮਤੀ ਜੇ ਥੋੜੀ ਬਹੁਤੀ ਰਹਿੰਦੀ ਹੈ। ਲਖੀਮਪੁਰ ਵਾਲਾ ਮਾਮਲਾ ਕਿਤੇ ਨਾ ਕਿਤੇ ਉਹ ਜਿਹੜਾ ਆ ਅਜੇ ਉਸ ਨੂੰ ਕਿਤੇ ਨਾ ਕਿਤੇ ਲੈ ਕੇ ਜਾਣਾ, ਜੇ ਅਸੀਂ ਗੱਲ ਕਰੀਏ ਤਾਂ ਉਸ ਨੂੰ ਜਿੱਤਣਾ ਜਾਂ ਉਸ ਨੂੰ ਸਰਕਾਰ ਦੀ ਸਹਿਮਤੀ ਕਿਸ ਤਰੀਕੇ ਨਾਲ ਬਣਨੀ ਹੈ ਉਹਦੇ ਤੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਪਰੰਤੂ ਬਾਕੀ ਸਾਰੇ ਮਸਲੇ ਹੱਲ ਹੁੰਦੇ ਨਜ਼ਰ ਆ ਰਹੇ ਨੇ ਔਰ ਅੰਦੋਲਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਬਿਲਕੁਲ ਖਤਮ, ਕਿਸਾਨਾਂ ਦਾ ਕਹਿਣਾ ਨਹੀਂ ਕਰਾਂਗੇ, ਅੰਦੋਲਨ ਸਾਡਾ ਬਿਲਕੁਲ ਜਾਰੀ ਰਹੇਗਾ। ਬੇਸ਼ੱਕ ਉਸ ਨੂੰ ਅਸੀਂ ਇੱਕ ਰੂਪ ਹੋਰ ਦੇ ਦਈਏ ਔਰ ਜੇਕਰ ਲੱਗਦਾ ਹੈ ਕਿ ਸਰਕਾਰ ਉਹਨਾਂ ਦੀਆਂ ਗੱਲਾਂ ਦੇ ਉੱਪਰ ਸਹਿਮਤੀ ਨਹੀਂ ਪ੍ਰਗਟਾ ਰਹੀ, ਉਹਨਾਂ ਆਪਣੀ ਗੱਲ ਤੋਂ ਪਿੱਛੇ ਹਟ ਰਹੀ ਹੈ, ਤਾਂ ਦੁਬਾਰਾ ਫਿਰ ਅੰਦੋਲਨ ਨੂੰ ਵੱਡੇ ਰੂਪ ਵਿੱਚ ਵੀ ਖੜਾ ਕੀਤਾ ਜਾ ਸਕਦਾ ਹੈ।